हाँ जी भी साथियों, सत श्री अकाल साਰਿਆਂ ਨੂੰ ਸਵਾਗਤ ਆ ਅੱਜ ਦੀ ਜਿਓਗ੍ਰਾਫੀ ਦੀ ਕਲਾਸ ਦੇ ਵਿੱਚ। ਆਪਾਂ ਕਰਦੇ ਪਏ ਆ ਐਨਸੀਈਆਰਟੀ ਦੀ ਜਿਓਗ੍ਰਾਫੀ। ਇਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ 8ਵੀਂ ਕਲਾਸ ਦੀ ਐਨਸੀਈਆਰਟੀ ਜਿਓਗ੍ਰਾਫੀ ਕਰ ਚੁੱਕੇ ਆ, 7ਵੀਂ ਦੀ ਕਰ ਚੁੱਕੇ ਆ, 6ਵੀਂ ਦੀ ਜਿਹੜੀ ਸੀ ਆਪਾਂ ਕਰ ਰਹੇ ਸੀ, ਜਿਹੜੀ ਕਿ ਹਿੰਦੀ ਮੀਡੀਅਮ ਦੇ ਵਿੱਚ ਆ, ਜਿਹੜੀ ਕਿ ਮੈਂ ਤੁਹਾਨੂੰ ਪੰਜਾਬੀ ਮੀਡੀਅਮ ਦੇ ਵਿੱਚ ਟਰਾਂਸਲੇਟ ਕਰਕੇ ਕਰਾ ਰਹੀ। ਜਿਹੜੇ ਸਟੂਡੈਂਟ ਇਸ ਵੀਡੀਓ ਤੇ ਪਹਿਲੀ ਵਾਰੀ ਆਏ ਆ ਉਹਨਾਂ ਨੂੰ ਮੈਂ ਇੱਕ ਵਾਰੀ ਦੱਸਦਾ कि मेरे चैनल ते CDP SST ते पंजाबी व्याकरण पूरा तीनों सबजैक्ट जिहड़े आ बहुत ही बरीकी दे नाल जिहड़ी आ थ्योरी जिहड़ी आ वो चल रही आ। जिहड़े ते बच्चे लेट आए ने वो जिहड़ा आ सारियां प्लेलिस्टां चैक करो, क्योंकि जेकर तुहानूं ये चैनल मिल गया तो इहदे ते तुहाडा बहुत ज़्यादा फायदा होने वाला। ਹੁਣ ਆਜੋ ਜਿਹੜਾ ਸਾਡਾ ਅੱਜ ਦਾ ਮੇਨ ਟੌਪਿਕ ਸੀ, ਕਿਉਂਕਿ ਅਸੀਂ ਸਟਾਰਟ ਕੀਤਾ ਸੀ 6ਵਾਂ ਚੈਪਟਰ। ਜਦੋਂ ਅਸੀਂ 6ਵੇਂ ਚੈਪਟਰ ਦੀ ਗੱਲ ਕਰਦੇ ਹਾਂ ਤੇ ਸਾਡਾ 6ਵਾਂ ਚੈਪਟਰ ਹੈਗਾ ਸੀ ਸਾਡੀ ਧਰਤੀ ਦੇ ਪ੍ਰਮੁੱਖ ਪਰਮੰਡਲ। ਜਿਹੜਾ ਕਿ ਇਹ ਚੈਪਟਰ ਦੀ ਕੀ ਇੰਟਰੋਡਕਸ਼ਨ ਆ, ਕੀ ਇਹ ਚੈਪਟਰ ਆ, ਇਹਦੇ ਬਾਰੇ ਮੈਂ ਪਹਿਲੀ ਵੀਡੀਓ ਦੇ ਵਿੱਚ ਕਰਵਾ ਚੁੱਕੀ ਹਾਂ, ਕਿਉਂਕਿ ਉਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਚੈਪਟਰ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਡਾਟਾ ਕਵਰ ਹੋਣਾ। ਇਹਦੇ ਵਿੱਚ ਸਾਡਾ ਜਲ ਮੰਡਲ, ਸਾਡਾ ਵਾਯੂ ਮੰਡਲ, ਸਾਡਾ ਥਲ ਮੰਡਲ, ਇਹ ਤਿੰਨ ਚੀਜ਼ਾਂ ਆਉਣੀਆਂ। ਜਦੋਂ ਅਸੀਂ ਜਲ ਮੰਡਲ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਸਾਡੇ ਮਹਾਸਾਗਰ, ਨਦੀਆਂ ਆਉਣਗੀਆਂ। ਜਦੋਂ ਅਸੀਂ ਵਾਯੂ ਮੰਡਲ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਾਡੀਆਂ ਵਾਯੂ ਮੰਡਲ ਦੀਆਂ ਪਰਤਾਂ ਆਉਣਗੀਆਂ। ਜਦੋਂ ਅਸੀਂ ਥਲ ਮੰਡਲ, ਭੂ ਮੰਡਲ ਦੀ ਗੱਲ ਕਰਦੇ ਹਾਂ ਤੇ ਭੂ ਮੰਡਲ ਤੇ ਸਾਡੇ ਮਹਾਦੀਪ, ਸਾਡੇ ਮਹਾਸਾਗਰ ਵੀ ਜਿਹੜੇ ਆ ਉਹ ਆ ਜਾਣਗੇ। ਸੋ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਜਿਹੜਾ ਚੈਪਟਰ ਆ ਇਹ ਕਾਫੀ ਦਿਨ ਚੱਲੂਗਾ। ਸੋ ਇਸੇ ਹੀ ਚੈਪਟਰ ਦੀ ਅੱਜ ਇਹ ਆਪਣੀ ਦੂਜੀ ਕਲਾਸ ਆ। ਕਿਹਦੇ ਬਾਰੇ? ਮਹਾਦੀਪਾਂ ਬਾਰੇ। ਯਾਨੀ ਕਿ ਜਦੋਂ ਆਪਾਂ ਧਰਤੀ ਦੇ ਮੰਡਲਾਂ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਪਹਿਲਾਂ ਆਉਂਦਾ ਵਾ ਸਾਡਾ ਭੂ ਮੰਡਲ। ਜਦੋਂ ਅਸੀਂ ਭੂ ਮੰਡਲ ਦੀ ਗੱਲ ਕਰਦੇ ਹਾਂ ਤੇ ਭੂ ਮੰਡਲ ਜਦੋਂ ਅਸੀਂ ਪੜ੍ਹਨਾ ਉਹਦੇ ਵਿੱਚ ਸਾਨੂੰ ਮਹਾਦੀਪ ਪੜ੍ਹਨੇ ਪੈਣਗੇ। ਸੋ ਹਾਂ, ਮੈਂ ਮੰਨਦੀ ਹਾਂ ਕਿ ਜਿਓਗ੍ਰਾਫੀ ਦੇ ਵਿੱਚ ਏਦਾਂ ਦੇ ਟੌਪਿਕ ਆ ਜਿਨ੍ਹਾਂ ਨੂੰ ਮੈਪ ਤੇ ਪੜ੍ਹਨਾ ਜਿਹੜਾ ਵਾ ਹੁੰਦਾ ਵਾ, ਪਰ ਮੈਂ ਕਰਵਾ ਹੀ ਇਸ ਢੰਗ ਦੇ ਨਾਲ ਦਿੰਨੀ ਆ ਵੀ ਉਦਾਂ ਤੁਹਾਨੂੰ ਮੈਪ ਤੇ ਸਮਝ ਵੀ ਨਹੀਂ ਆਉਣਾ ਜਿੱਦਾਂ ਮੈਂ ਤੁਹਾਨੂੰ ਡਾਇਗ੍ਰਾਮ ਬਣਾ ਕੇ ਜਿਹੜਾ ਵਾ ਸਮਝਾ ਦਿੰਨੀ ਆ। ਸੋ ਠੀਕ ਆ, ਹੁਣ ਸਾਰਿਆਂ ਨੇ ਐਂਡ ਤੱਕ ਬਣੇ ਰਹਿਣਾ, ਆਪਣੀਆਂ ਦਿਮਾਗ, ਕੰਨ ਕੁੰਨ ਸਭ ਖੋਲ ਕੇ ਰੱਖਣੇ, ਮੇਰੀ ਆਵਾਜ਼ ਤੇ ਵੀ ਕੰਸੰਟਰੇਟ ਤੇ ਅੱਖਾਂ ਵੀ ਤੁਹਾਡੀਆਂ ਪੂਰੀਆਂ, ਦਿਮਾਗ ਸਭ ਬੋਰਡ ਤੇ ਹੋਣਾ ਚਾਹੀਦਾ। ਹੁਣ ਧਿਆਨ ਦੇ ਨਾਲ ਸਮਝੋ। ਸਭ ਤੋਂ ਪਹਿਲਾਂ ਤਾਂ ਲੋਕੇਸ਼ਨ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਆ। ਜਦੋਂ ਆਹ ਚੀਜ਼ ਤੁਸੀਂ ਸਾਰੀ ਸਮਝ ਗਏ ਨਾ, ਜਿੰਨਾ ਵੀ ਮਹਾਦੀਪਾਂ ਦਾ ਬਾਕੀ ਡਾਟਾ ਵਾ ਉਹ ਯਾਦ ਰੱਖਣਾ ਤੁਹਾਨੂੰ ਆਸਾਨ ਹੋ ਜਾਊਗਾ। ਠੀਕ ਆ, ਇੱਧਰ ਦੇਖੋ, ਧਿਆਨ ਦੇ ਨਾਲ ਸਮਝਣਾ। ਜਿਹੜੀ ਮੈਂ ਡਾਰਕ ਕਰਦੀ ਆ, ਨਾਲੇ ਤੁਹਾਨੂੰ ਮੈਂ ਸਮਝਾਉਣੀ ਆ ਜਿਹੜੀ ਸਾਡੀ ਸੈਂਟਰ ਦੇ ਵਿੱਚ ਲਾਈਨ ਆ ਹਨਾ, ਇਹ ਸਾਡੀ ਕੀ ਆ? ਇਹ ਸਾਡੀ ਹੈਗੀ ਆ ਭੂ ਮੱਧ ਰੇਖਾ ਸੈਂਟਰ ਦੇ ਵਿੱਚ। ਠੀਕ ਹੈ, ਇਹ ਸਾਡੀ ਕੀ ਆ? ਭੂ ਮੱਧ ਰੇਖਾ। ਮੈਂ ਲਿਖਣਾ ਨਹੀਂ ਆ ਕਿਉਂਕਿ ਮੇਰੇ ਸਪੇਸ ਹੈ ਨਹੀਂ ਆ, ਕਿਉਂਕਿ ਆਹ ਤਿੰਨ ਰੇਖਾਵਾਂ ਤਾਂ ਮੈਂ ਬਹੁਤ ਵਾਰੀ ਕਰਵਾ ਚੁੱਕੀ ਹਾਂ। ਇਸ ਕਰਕੇ ਜਿਹੜੀ ਸਾਡੀ ਆਹਾ ਵਾਲੀ ਆ ਉੱਪਰ, ਇਹ ਸਾਡੀ ਕਿਹੜੀ ਹੈਗੀ ਆ? ਇਹ ਸਾਡੀ ਕਰਕ ਰੇਖਾ ਵਾ, ਜਿਹਨੂੰ ਅਸੀਂ ਟ੍ਰੋਪਿਕ ਆਫ ਕੈਂਸਰ ਕਹਿ ਦਿੰਦੇ ਆ। ਇਹ ਸਾਡੀ ਕਰਕ ਰੇਖਾ ਵਾ ਉੱਪਰ। ਮੈਂ ਥੋੜਾ ਡਾਰਕ ਕਰ ਰਹੀ ਆ ਤਾਂ ਕਿ ਤੁਹਾਨੂੰ ਸਮਝ ਲੱਗ ਜੇ। ਜਿਹੜੀ ਇਸ ਤੋਂ ਹੇਠਾਂ ਹੀ ਇਹ ਸਾਡੀ ਹੈਗੀ ਆ ਮਕਰ ਰੇਖਾ। ਇਹ ਸਾਡੀ ਕੀ ਹੈਗੀ ਹੈ? ਇਹ ਸਾਡੀ ਹੈਗੀ ਆ ਮਕਰ ਰੇਖਾ। ਹੁਣ ਧਿਆਨ ਦੇ ਨਾਲ ਸਮਝੋ। ਇੱਥੇ ਅੱਖਾਂ ਲਿਆਓ ਇੱਥੇ। ਹੁਣ ਜਿਹੜੇ ਸਾਡੇ ਮਹਾਦੀਪ ਆ, ਸਾਡਾ ਉੱਤਰੀ ਅਮਰੀਕਾ ਆ, ਯੂਰਪ ਆ, ਏਸ਼ੀਆ ਆ, ਆਸਟ੍ਰੇਲੀਆ ਆ, ਦੱਖਣੀ ਅਮਰੀਕਾ ਵਾ, ਆਰਕਟਿਕ ਆ, ਅੰਟਾਰਕਟਿਕ ਆ, ਯੂਰਪ ਆ, ਇਹਨਾਂ ਸਾਰਿਆਂ ਦੀ ਮੈਂ ਤੁਹਾਨੂੰ ਲੋਕੇਸ਼ਨ ਸਮਝਾਉਣੀ। ਇੱਥੇ ਅੱਖਾਂ ਲਿਆਓ ਏਸ਼ੀਆ ਤੇ। ਹੁਣ ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਏਸ਼ੀਆ ਮਹਾਦੀਪ ਜਿਹੜਾ ਵਾ ਉਹ ਕਿਹੜੇ ਹਿੱਸੇ ਦੇ ਵਿੱਚ ਪੈਂਦਾ, ਜਾਂ ਏਸ਼ੀਆ ਮਹਾਦੀਪ ਦੇ ਵਿੱਚੋਂ ਕਿਹੜੀ ਰੇਖਾ ਲੰਘਦੀ ਆ? ਹੁਣ ਆ ਸਾਡੀ ਰੇਖਾ ਕਿਹੜੀ ਆ? ਕਰਕ ਰੇਖਾ। ਸੋ ਜਿਹੜਾ ਤੁਸੀਂ ਆਹ ਵਾਲੀ ਸ਼ੇਪ ਦੇਖ ਰਹੇ ਹੋ, ਆਹ ਵਾਲੀ, ਇਹ ਤੁਹਾਨੂੰ ਸਾਡਾ ਭਾਰਤ ਨਹੀਂ ਲੱਗਦਾ? ਸਾਡਾ ਭਾਰਤ ਹੀ ਹੈ ਇਹ ਸਾਡਾ ਭਾਰਤ ਆ। ਯਾਦ ਕਰੋ, ਜਦੋਂ ਮੈਂ ਤੁਹਾਨੂੰ ਗਲੋਬ ਕਰਵਾਇਆ ਸੀ ਤਾਂ ਮੈਂ ਇੱਥੇ ਕੀ ਕਰਾਇਆ ਸੀ ਤੁਹਾਨੂੰ? ਵੀ ਸਾਡਾ ਭਾਰਤ ਪੂਰਬੀ ਹਿੱਸੇ ਵਿੱਚ ਆ। ਹੁਣ ਆ ਸਾਡਾ ਭਾਰਤ ਆ। ਆ ਕੀ ਆ? ਆ ਪਿਆ ਸਾਡਾ ਭਾਰਤ। ਤੇ ਜਿਹੜਾ ਆਹ ਵਾਲਾ ਹਿੱਸਾ, ਆਹ ਵਾਲਾ ਇੱਥੋਂ ਲੈ ਕੇ ਆਹ ਵਾਲਾ ਜਿੰਨਾ ਵਾ, ਇਹ ਏਸ਼ੀਆ ਮਹਾਦੀਪ ਆ। ਤੇ ਏਸ਼ੀਆ ਮਹਾਦੀਪ ਦੀ ਕੰਟਰੀ ਆ ਭਾਰਤ। ਏਸ਼ੀਆ ਮਹਾਦੀਪ ਦੇ ਵਿੱਚ ਅਸੀਂ ਬੈਠੇ ਆ। ਠੀਕ ਆ, ਆ ਕੀ ਆ? ਆ ਸਾਰਾ ਏਸ਼ੀਆ ਮਹਾਦੀਪ ਆ।
ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਏਸ਼ੀਆ ਮਹਾਦੀਪ ਕਿਹੜੇ ਹਿੱਸੇ ਦੇ ਵਿੱਚ ਪੈਂਦਾ ਵਾ, ਪੂਰਬੀ ਹਿੱਸੇ ਦੇ ਵਿੱਚ ਪੈਂਦਾ, ਉੱਤਰੀ ਪੂਰਬੀ ਹਿੱਸੇ ਦੇ ਵਿੱਚ। ਤੁਹਾਡਾ ਆਨਸਰ ਕੀ ਆਉਣਾ ਚਾਹੀਦਾ ਵਾ, ਏਸ਼ੀਆ ਮਹਾਦੀਪ ਕਿੱਥੇ ਆ, ਉੱਤਰੀ ਪੂਰਬ। ਕੱਲਾ ਪੂਰਬੀ ਹਿੱਸਾ ਵੀ ਲਿਖ ਕੇ ਆ ਸਕਦਾ ਤੇ ਉੱਤਰੀ ਪੂਰਬੀ ਵੀ ਲਿਖਿਆ ਆ ਸਕਦਾ। ਉੱਤਰੀ ਪੂਰਬੀ ਹਿੱਸੇ ਵਿੱਚ ਹੀ ਸਾਡਾ ਭਾਰਤ ਤੇ ਏਸ਼ੀਆ ਮਹਾਦੀਪ ਦੀ ਸਾਡਾ ਭਾਰਤ ਕੰਟਰੀ ਆ ਤੇ ਏਸ਼ੀਆ ਮਹਾਦੀਪ ਕਿੱਥੇ ਆ, ਪੂਰਬੀ ਹਿੱਸੇ ਦੇ ਵਿੱਚ ਆ। ਹੁਣ ਨਾਲ ਦੀ ਨਾਲ ਸਾਨੂੰ ਪਰਬਤ ਵੀ ਯਾਦ ਹੁੰਦੇ ਜਾਣਗੇ। ਹੁਣ ਜਿਹੜਾ ਯੂਰਾਲ ਪਰਬਤ ਆ, ਯੂਰਾਲ ਪਰਬਤ ਕਿੱਥੇ ਆ, ਏਸ਼ੀਆ ਮਹਾਦੀਪ ਤੇ ਯੂਰਪ ਮਹਾਦੀਪ ਦੇ ਬਿਲਕੁਲ ਸੈਂਟਰ 'ਚ। ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਕਿਹੜਾ ਪਰਬਤ ਜਿਹੜਾ ਵਾ ਏਸ਼ੀਆ ਨੂੰ ਤੇ ਯੂਰਪ ਨੂੰ ਜਿਹੜਾ ਵਾ ਵੱਖ ਕਰਦਾ ਵਾ, ਯੂਰਾਲ ਪਰਬਤ। ਵੇਖੋ ਯੂਰਾਲ ਪਰਬਤ ਇੱਥੇ ਖਤਮ ਹੋ ਰਿਹਾ ਤੇ ਇੱਥੋਂ ਯੂਰਪ ਸ਼ੁਰੂ ਹੋ ਗਿਆ। ਇੱਥੇ ਕੀ ਇਹਨਾਂ ਦੀ ਮੈਂ ਥਿਊਰੀ ਵੀ ਤੁਹਾਨੂੰ ਕਰਵਾਉਣੀ ਅੱਗੇ ਜਾ ਕੇ, ਪਰ ਮੈਂ ਤੁਹਾਨੂੰ ਲੋਕੇਸ਼ਨ ਸਮਝਾ ਰਹੀ ਹਾਂ, ਠੀਕ ਹੈ, ਕਿਉਂਕਿ ਇਹ ਜਿਹੜਾ ਚੈਪਟਰ ਸੀ, ਟੌਪਿਕ ਆ ਮੈਪ ਤੇ ਹੀ ਪੜ੍ਹਨ ਵਾਲਾ ਸੀ, ਸੋ ਮੈਪ ਹੀ ਮੈਂ ਡਰਾ ਕਰਤਾ ਬੋਰਡ ਤੇ, ਠੀਕ ਹੈ। ਆ ਸਾਡਾ ਯੂਰਾਲ ਪਰਬਤ ਕਿੱਥੇ ਆ, ਇਹ ਕਿਹਦੇ ਵਿੱਚ ਆ ਰਿਹਾ, ਆ ਦੇਖੋ, ਆ ਸਾਰਾ ਸਾਡਾ ਕੀ ਆ, ਏਸ਼ੀਆ ਮਹਾਦੀਪ ਆ ਤੇ ਆ ਯੂਰਾਲ ਪਰਬਤ ਜਿਹੜਾ ਵਾ ਯੂਰਪ ਨੂੰ ਤੇ ਏਸ਼ੀਆ ਮਹਾਦੀਪ ਨੂੰ ਵੱਖ ਕਰ ਰਿਹਾ। ਸੋ ਤੁਹਾਨੂੰ, ਮੈਨੂੰ ਨਹੀਂ ਲੱਗਦਾ ਤੁਹਾਨੂੰ ਏਸ਼ੀਆ ਮਹਾਦੀਪ ਦੀ ਲੋਕੇਸ਼ਨ ਜਿਹੜੀ ਆ ਉਹ ਭੁੱਲੂਗੀ, ਠੀਕ ਹੈ। ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਠੀਕ ਹੈ, ਤੇ ਉਸ ਤੋਂ ਬਾਅਦ ਇੱਕ ਚੀਜ਼ ਧਿਆਨ ਦੇ ਵਿੱਚ ਹੋਰ ਰੱਖਣੀ ਆ, ਯੂਰਪ ਤੇ ਏਸ਼ੀਆ ਦੇ ਸੰਯੁਕਤ ਭਾਗ ਨੂੰ ਕੀ ਕਹਿ ਦਿੰਦੇ ਆ, ਯੂਰੇਸ਼ੀਆ। ਯੂਰੇਸ਼ੀਆ ਮਤਲਬ ਆ ਯੂਰਪ ਦਾ ਆ ਵਾਲਾ ਭਾਗ ਤੇ ਏਸ਼ੀਆ ਦਾ ਆ ਵਾਲਾ ਭਾਗ, ਇਹ ਮਿਕਸ ਹੋ ਜਾਂਦਾ, ਸੰਯੁਕਤ ਹੋ ਜਾਂਦਾ। ਇਹਨੂੰ ਆਪਾਂ ਕਿਹਦੇ ਨਾਮ ਦੇ ਨਾਲ ਜਾਣਦੇ ਆ, ਇਹਨੂੰ ਆਪਾਂ ਯੂਰੇਸ਼ੀਆ ਦੇ ਨਾਮ ਨਾਲ ਜਾਣਦੇ ਆ। ਅੱਗੇ ਜਾ ਕੇ ਪੁਆਇੰਟ ਮੈਂ ਤੁਹਾਨੂੰ ਲਿਖਾਉਂਗੀ ਵੀ, ਕਿਉਂਕਿ ਇੱਥੋਂ ਚੀਜ਼ਾਂ ਜਿਹੜੀਆਂ ਕਲੈਰੀਫਾਈ ਹੋ ਗਈਆਂ ਮੈਪ ਦੇਖ ਕੇ, ਉਹ ਫਿਰ ਤੁਹਾਨੂੰ ਸਮਝ ਆ ਜਾਣਗੀਆਂ। ਏਸ਼ੀਆ ਮਹਾਦੀਪ ਸਮਝ ਆ ਗਿਆ। ਉਸ ਤੋਂ ਬਾਅਦ ਆਪਾਂ ਜਾਂਦੇ ਆ ਯੂਰਪ ਮਹਾਦੀਪ ਤੇ। ਹੁਣ ਯੂਰਪ ਮਹਾਦੀਪ ਨੂੰ ਤੁਸੀਂ ਸਮਝੋ ਵੀ ਯੂਰਪ ਮਹਾਦੀਪ ਇੱਥੇ ਉੱਪਰ ਰਹਿ ਗਿਆ, ਯਾਨੀ ਕਿ ਜੇ ਹੁਣ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਸੈਂਟਰ ਦੇ ਵਿੱਚ ਭੂ-ਮੱਧ ਰੇਖਾ, ਇੱਥੇ ਸਾਡੀ ਕਰਕ ਰੇਖਾ, ਇੱਥੇ ਸਾਡੀ ਮਕਰ ਰੇਖਾ, ਇੱਥੇ ਸਾਡਾ ਆਰਕਟਿਕ ਰੇਖਾ, ਇੱਥੇ ਸਾਡੀ ਅੰਟਾਰਕਟਿਕ ਰੇਖਾ। ਹੁਣ ਜੇਕਰ ਤੁਹਾਨੂੰ ਪੁੱਛੇ ਵੀ ਯੂਰਪ ਮਹਾਦੀਪ ਕਿਹੜੀ ਰੇਖਾ ਦੇ ਵਿੱਚ ਪੈਂਦਾ ਵਾ, ਤੇ ਆਰਕਟਿਕ ਰੇਖਾ ਦੇ ਵਿੱਚ ਪੈਂਦਾ, ਉੱਪਰ ਧੁਰਿਆਂ ਦੇ ਉੱਪਰ, ਬਿਲਕੁਲ ਯੂਰਪ ਜਿਹੜਾ ਵਾ ਇੱਥੇ ਆ। ਇਸੇ ਹੀ ਕਰਕੇ ਤਾਂ ਯੂਰਪ ਮਹਾਦੀਪ ਦੀਆਂ ਕਈ ਕੰਟਰੀਆਂ ਦੇ ਵਿੱਚ ਕੀ ਆ, ਸਨੋਫਾਲ ਹੁੰਦੀ ਆ, ਠੀਕ ਹੈ। ਮਤਲਬ ਇਹ ਨਾ ਤਾਂ ਕਰਕ ਰੇਖਾ ਤੇ ਆ, ਭੂ-ਮੱਧ ਤੇ ਮਕਰ ਤਾਂ ਬਹੁਤ ਦੂਰ ਰਹਿ ਗਈਆਂ, ਠੀਕ ਹੈ। ਕਰਕ ਰੇਖਾ ਤੋਂ ਉੱਪਰਲੇ ਪਾਸੇ ਆ ਯੂਰਪ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਆ। ਉਸ ਤੋਂ ਬਾਅਦ ਆ ਜਾਓ ਤੁਸੀਂ ਇੱਥੇ ਅਫਰੀਕਾ ਤੇ, ਬਹੁਤ ਜ਼ਿਆਦਾ ਇੰਪੋਰਟੈਂਟ ਆ ਅਫਰੀਕਾ। ਹੁਣ ਵੇਖੋ ਸਾਡੀ ਕਰਕ ਰੇਖਾ ਦਾ ਹਿੱਸਾ ਵੀ ਅਫਰੀਕਾ ਟੱਚ ਕਰ ਰਿਹਾ, ਫਿਰ ਭੂ-ਮੱਧ ਰੇਖਾ ਦਾ ਹਿੱਸਾ ਵੀ ਅਫਰੀਕਾ ਟੱਚ ਕਰ ਰਿਹਾ, ਫਿਰ ਆਪਣੇ ਮਕਰ ਰੇਖਾ ਦਾ ਏਰੀਆ ਵੀ ਅਫਰੀਕਾ। ਮਤਲਬ ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਏਦਾਂ ਦਾ ਕਿਹੜਾ ਮਹਾਦੀਪ ਆ ਜਿਹਦੇ ਵਿੱਚੋਂ ਤਿੰਨੋਂ ਰੇਖਾ ਲੰਘਦੀਆਂ, ਜਿਹਦੇ ਵਿੱਚੋਂ ਭੂ-ਮੱਧ ਰੇਖਾ ਵੀ ਲੰਘਦੀ, ਜਿਹਦੇ ਵਿੱਚੋਂ ਕਰਕ ਰੇਖਾ ਵੀ ਲੰਘਦੀ, ਜਿਹਦੇ ਵਿੱਚੋਂ ਮਕਰ ਰੇਖਾ ਵੀ ਲੰਘਦੀ, ਤੁਹਾਡਾ ਆਨਸਰ ਕੀ ਆ ਜਾਊਗਾ, ਅਫਰੀਕਾ ਮਹਾਦੀਪ। ਤੁਹਾਡਾ ਆਨਸਰ ਕੀ ਆ ਜਾਊਗਾ, ਅਫਰੀਕਾ ਮਹਾਦੀਪ, ਕਿਉਂਕਿ ਅਫਰੀਕਾ ਹੀ ਏਦਾਂ ਦਾ ਮਹਾਦੀਪ ਆ ਦੇਖ ਲਓ ਜਿਹਦੇ ਵਿੱਚੋਂ ਤਿੰਨੋਂ ਰੇਖਾ ਲੰਘ ਰਹੀਆਂ। ਹੁਣ ਇੱਕ ਚੀਜ਼ ਹੋਰ, ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਅਫਰੀਕਾ ਮਹਾਦੀਪ ਦਾ ਜ਼ਿਆਦਾਤਰ ਹਿੱਸਾ ਕਿਹੜੇ ਏਰੀਏ ਦੇ ਵਿੱਚ ਪੈਂਦਾ ਵਾ, ਤੁਹਾਡਾ ਆਨਸਰ ਆਊਗਾ ਉੱਤਰੀ ਅਰਧਗੋਲੇ ਦੇ ਵਿੱਚ। ਇਹਦਾ ਜ਼ਿਆਦਾਤਰ ਹਿੱਸਾ ਜਿਹੜਾ ਕਿੱਥੇ ਆ, ਉੱਤਰੀ ਅਰਧਗੋਲੇ ਦੇ ਵਿੱਚ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਹੈ। ਉਸ ਤੋਂ ਬਾਅਦ ਜੇਕਰ ਤੁਹਾਨੂੰ ਪੁੱਛਿਆ ਜਾਵੇ ਵਿਸ਼ਵ ਦੀ ਸਭ ਤੋਂ ਲੰਬੀ ਨਦੀ, ਇੱਕ ਬੱਚੇ ਨਾ ਲੰਬੀ ਨਦੀ ਦੇ ਵਿੱਚ ਤੇ ਵੱਡੀ ਨਦੀ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਆ, ਵੱਡੀ ਨਦੀ ਤੇ ਵੀ ਜਾਵਾਂਗੇ। ਲੰਬੀ ਨਦੀ, ਪੂਰੇ ਵਿਸ਼ਵ ਦੀ ਲੰਬੀ ਨਦੀ ਕਿਹੜੇ ਮਹਾਦੀਪ ਦੇ ਵਿੱਚ ਪੈਂਦੀ ਆ, ਅਫਰੀਕਾ ਮਹਾਦੀਪ ਦੇ ਵਿੱਚ। ਆ ਦੇਖੋ ਆ ਪਈ, ਮੈਂ ਇਸੇ ਕਰਕੇ ਲਿਖੇ ਹੀ। ਇਹੋ ਜਿਹੇ ਪੁਆਇੰਟ ਤੁਹਾਨੂੰ ਇੱਥੋਂ ਹੀ ਕਲੀਅਰ ਹੋ ਜਾਣੇ, ਥਿਊਰੀ 'ਚ ਤਾਂ ਮੈਂ ਕਰਵਾਉਣੇ ਆ, ਪਰ ਇੱਥੋਂ ਤੁਹਾਨੂੰ ਯਾਦ ਹੋ ਜਾਣਗੇ।
देखो विश्व की सब तो लंबी नदी, वड्डी नहीं लंबी नदी कित्थे पैंदी आ? अफ्रीका महाद्वीप दे विच। ते हुण सहारा रेगिस्तान कित्थे आ? ये भी मैं तुहानूं करवाया पहलां। आपां 7वीं क्लास दी जियोग्राफी कीती, उहदे विच मैं तुहानूं सहारा रेगिस्तान करवाया सी। उहदे विच मैं तुहानूं दस्सिआ सी कि सहारा रेगिस्तान किहदे विच पैंदा वा? अफ्रीका महाद्वीप दे विच। जिहड़ा साडा आ वाला एरिया, आ वाला मैं थोड़ा हाईलाइट कर दिन्नी इस तरह पेन दे नाल, मार्कर दे नाल। आ जिहड़ा ना साडा आ वाला अफ्रीका महाद्वीप दे विच आ वाला, ਇਹ सारा सहारा रेगिस्तान आ, सब तो गर्म। हुण इत्थों समझो ध्यान दे नाल, इत्थे अखां लिआओ अपणियां। मैं तुहानूं कहा भी अफ्रीका महाद्वीप दे विचों तीनों रेखा लंघ रहीआं। आ देखो कर्क रेखा भी, मकर रेखा, भूमध रेखा भी, मकर रेखा भी। हुण जिहड़ा आ वाला एरिया, ਇਹ एरिया किहड़ा हो गया? सहारा रेगिस्तान। किहदे विच आ रिहा? अफ्रीका महाद्वीप दे विच। सहारा रेगिस्तान कित्थे पैंदा? अफ्रीका महाद्वीप दे विच। हुण जदों आपां सहारा रेगिस्तान पढ़दे हां ते आपां नूं कहा जांदा कि सहारा रेगिस्तान पूरा गर्म आ, पूरा ज्यादा गर्म। दिन वेले इन्ना क ज्यादा गर्म हो जांदा, पैर रखांगे ते पैरां दीआं थल्लेओ तलियां सड़ जाणगीआं। रात वेले इन्ना क ज्यादा ठंडा हो जांदा भी पैर पूरे सुन्न हो जाणगे। ਇਹੀ चीज़ां मैं तुहानूं करवाईआं। हुण कारण की? क्योंकि भूमध रेखा ते सूरज दीआं किरनां सिद्धियां पैंदियां वा ते टॉपिक ऑफ जोन दे विच आ रिहा वा। याद करो जदों मैं तुहानूं जोन भी करवाए सी, शीत, उपोषण, हना, तापखंड, ये सारे मैं तुहानूं करवाए सी। सारा कुछ मैं करवा चुकी हाँ, बहुत ज़्यादा जियोग्राफी मैं करवा चुकी हाँ। हुण मैं तुहानूं कहा सी कि जिहड़ा भूमध रेखा वाला एरिया वा, ये ट्रॉपिक जोन आ, सब तो गर्म एरिया वा। यही तां कारण आ, सहारा रेगिस्तान सब तो गर्म आ, यही तां कारण आ। ठीक है, समझ लगी अफ्रीका महाद्वीप दी। हुण तुसीं आ जाओ, अच्छा एशिया हो गया, यूरोप हो गया। हुण तुसीं आ जाओ उत्तरी अमरीका ते। जेकर तुहानूं पुछिआ जावे भी उत्तरी अमरीका किहड़े हिस्से दे विच पैंदा, तुहाडा आंसर आउणा चाहीदा वा पश्चिमी, ठीक है, उत्तर पश्चिमी एरिया। ठीक है, एशिया महाद्वीप पूछा जाए उत्तर पूर्व एरिया। ठीक है, यूरोप पूछा जाए कला आर्कटिक वाला एरिया। ठीक है, उत्तर दे विच। ते जेकर उत्तरी अमरीका पूछा जाए उत्तर पश्चिमी एरिया। ठीक है, आ पश्चिम वाले एरिया दे विच पै रिहा वा उत्तरी अमरीका। इस चीज नूं ध्यान दे विच रखियो। ठीक है, हुण मैनू पता कि बॉयस ने भी जिहड़े अपने चैनल ते बॉयस या गर्ल्स आ जिन्ने भी आ, है ना, कुड़ियां ने भी देखी होगी। एमी विर्क दी तुसीं मूवी देखी होगी, अपना हाँ की यार आजा मैक्सीको चलीए, है ना, ਉਹਦੇ ਵਿੱਚ पनामा नहर ਦਾ ਜ਼ਿਕਰ ਵੀ ਆਇਆ, है ना, पनामा नहर, है ना। ਤੇ पनामा ਦੇ जंगल बहुत ज़्यादा खतरनाक आ। हुण मैं तुहानूं समझाउणी आ भी ये जिहड़ी पनामा जल संधि आ, ये कित्थे पैंदी आ? क्योंकि पनामा जल संधि ही जिहड़ी आ ਉਹ की करदी आ उत्तरी अमरीका नूं ते दक्षिणी अमरीका नूं की करदी आ? वख करदी आ। इस चीज नूं ध्यान दे विच रखियो। इनू ना सथल संधि, जेकर तुहानूं पुछिआ जावे ना भी सथल संधि की हुंदी आ, सथल संधि दा मतलब हुंदा वा कि ਉਹ वाला एरिया जिहड़ा दो महाद्वीपां नूं वख कर रिहा होवे। हुण ਇਹ ਜਿਹੜੀ पनामा जल संधि आ वेखो, आ साडा उत्तरी अमरीका, आ साडा दक्षिणी अमरीका। आ वाली जिहड़ी साडी आ, ਇਹ ਸਾਡੀ ਹੈਗੀ ਆ पनामा जल संधि। पनामा जल संधि उत्तरी अमरीका नूं ते दक्षिणी अमरीका नूं की करदी आ? वख करदी आ। इस पॉइंट नूं ध्यान दे विच रखियो। ठीक है, ठीक है। हुण जेकर तुहानूं पुछिआ जावे भी उत्तरी अमरीका जिहड़ा वा किहड़े-किहड़े महासागरां दे नाल घिरिआ? 3 महासागरां दे नाल घिरिआ उत्तरी अमरीका। किहड़े-किहड़े? इधर आर्कटिक आ रिहा, इत्थे सेंटर दे विच आ रिहा अटलांटिक महासागर, एक साइड ते भी प्रशांत महासागर आ रिहा। ਇਹ भी चीज़ां ध्यान दे विच रखदे जाओ। एशिया महाद्वीप भी आर्कटिक महासागर आ लग रिहा, एक बन्ने साडे ये प्रशांत महासागर लग रिहा। ठीक है, इन्हां सारियां चीज़ां नूं, ठीक है, ध्यान दे विच रखो। मैं थ्योरी च भी करवाऊंगी, पर मैप वेख के जिहड़ा वा ये चीज़ां जिहड़ियां कुछ ज़्यादियां सानूं
ਕਲੈਰੀਫਾਈ ਹੋ ਜਾਂਦੀਆਂ ਤੇ ਯਾਦ ਰੱਖਣੀਆਂ ਆਸਾਨ ਹੋ ਜਾਂਦੀਆਂ। ਚੱਲੀਏ ਅੱਗੇ ਆਪਾਂ ਦੱਖਣੀ ਅਮਰੀਕਾ ਤੇ। ਹੁਣ ਵੇਖੋ ਜਿਹੜਾ ਉੱਤਰੀ ਅਮਰੀਕਾ ਸੀ, ਇਹਦਾ ਜਿਹੜਾ ਦੱਖਣ ਵਾਲਾ ਹਿੱਸਾ, ਉੱਤਰੀ ਅਮਰੀਕਾ ਦਾ ਥੱਲੇ ਵਾਲਾ ਦੱਖਣ ਵਾਲਾ ਹਿੱਸਾ ਕਿੱਥੇ ਆ ਰਿਹਾ ਵਾ? ਅਟਲਾਂਟਿਕ ਮਹਾਸਾਗਰ ਦੇ ਨਾਲ ਟੱਚ ਹੋ ਰਿਹਾ। ਠੀਕ ਹੈ, ਗੱਲ ਖਤਮ। ਤੇ ਬਾਕੀ ਇਹਦਾ ਸਾਰਾ ਏਰੀਆ ਕਿੱਥੇ ਰਹਿ ਗਿਆ? ਉੱਪਰ ਰਹਿ ਗਿਆ, ਕਰਕ ਰੇਖਾ ਤੋਂ ਉੱਪਰ ਰਹਿ ਗਿਆ। ਹੁਣ ਤੁਸੀਂ ਆ ਜਾਓ ਦੱਖਣੀ ਆਪਣੇ, ਆਹ ਵਾਲਾ ਸਾਡਾ ਹਿੰਦ ਮਹਾਸਾਗਰ ਆ, ਆਹ ਵਾਲਾ ਸਾਡਾ ਪ੍ਰਸ਼ਾਂਤ ਮਹਾਸਾਗਰ, ਉੱਪਰ ਸਾਡੇ ਅਟਲਾਂਟਿਕ ਆ। ਹੁਣ ਜਿਹੜਾ ਸਾਡਾ ਦੱਖਣੀ ਅਮਰੀਕਾ ਵਾ, ਇਹਦੇ ਤੇ ਆ ਦੋ। ਦੱਖਣੀ ਅਮਰੀਕਾ ਜਿਹੜਾ ਵਾ, ਇਹਦੇ ਵਿੱਚ ਸਾਡੀ ਵਿਸ਼ਵ ਦੀ ਸਭ ਤੋਂ ਵੱਡੀ ਨਦੀ। ਹੁਣ ਇੱਥੇ ਤੁਹਾਡੇ ਪੁਆਇੰਟ ਕਲੀਅਰ ਹੋਣਗੇ। ਬਹੁਤੇ ਬੱਚੇ ਭੁਲੇਖਾ ਖਾਂਦੇ ਆ, ਜੇਕਰ ਸਾਨੂੰ ਲੰਬੀ ਨਦੀ ਪੁੱਛੀ ਆ ਤੇ ਉਹ ਅਮਰੀਕਾ, ਦੱਖਣੀ ਅਮਰੀਕਾ ਦੀ ਸਮਝ ਜਾਂਦੇ। ਵੇਖੋ ਧਿਆਨ ਦੇ ਨਾਲ, ਜਿਹੜੀ ਵਿਸ਼ਵ ਦੀ ਸਭ ਤੋਂ ਲੰਮੀ ਨਦੀ ਆ, ਉਹ ਕਿੱਥੇ ਪੈ ਰਹੀ ਆ? ਅਫਰੀਕਾ ਮਹਾਦੀਪ ਦੇ ਵਿੱਚ, ਸਹਾਰਾ ਰੇਗਿਸਤਾਨ ਦੇ ਲਾਗੇ। ਪਰ ਜਿਹੜੀ ਐਮਾਜ਼ੋਨ ਨਦੀ ਆ, ਇਹ ਵਿਸ਼ਵ ਦੀ ਵੱਡੀ ਨਦੀ ਆ। ਇਹ ਕਿੱਥੇ ਆ? ਇਹ ਦੱਖਣੀ ਅਮਰੀਕਾ ਦੇ ਵਿੱਚ ਪੈਂਦੀ ਆ। ਇੱਥੇ ਆ ਪਈ ਸਾਡੀ ਐਮਾਜ਼ੋਨ ਰਿਵਰ। ਐਮਾਜ਼ੋਨ ਰਿਵਰ ਜਿਹੜੀ ਆ, ਇਹ ਕਿੱਥੇ ਆ? ਦੱਖਣੀ ਅਮਰੀਕਾ ਦੇ ਵਿੱਚ ਪੈਂਦੀ ਆ। ਤੇ ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਐਂਡੀਜ਼ ਪਰਬਤ ਕਿੱਥੇ ਪਾਏ ਜਾਂਦੇ ਨੇ? ਦੱਖਣੀ ਅਮਰੀਕਾ ਦੇ ਵਿੱਚ। ਇੱਥੇ ਇੱਕ ਕੀ ਪਾਏ ਜਾਂਦੇ ਨੇ? ਐਂਡੀਜ਼ ਪਰਬਤ ਪਾਏ ਜਾਂਦੇ ਨੇ। ਯੂਰਾਲ ਪਰਬਤ ਕਿੱਥੇ ਪਾਏ ਜਾਂਦੇ ਨੇ? ਏਸ਼ੀਆ ਮਹਾਦੀਪ ਤੇ ਯੂਰਪ ਦੇ ਸੈਂਟਰ ਦੇ ਵਿੱਚ, ਜਿਹੜੇ ਕਿ ਯੂਰੇਸ਼ੀਆ ਨਾਮ ਦੇ ਨਾਲ ਇਹਨੂੰ ਆਪਾਂ ਜਾਣਦੇ ਆ। ਠੀਕ ਹੈ, ਤੇ ਐਂਡੀਜ਼ ਪਰਬਤ ਕਿੱਥੇ ਪਾਏ ਜਾਂਦੇ ਆ? ਦੱਖਣੀ ਅਮਰੀਕਾ ਦੇ ਵਿੱਚ ਪਾਏ ਜਾਂਦੇ ਆ। ਹੁਣ ਆ ਜਾਓ ਆਸਟ੍ਰੇਲੀਆ ਤੇ। ਇਹਨੂੰ ਦੀਪਾਂ ਦਾ ਦੀਪ ਵੀ ਕਿਹਾ ਜਾਂਦਾ, ਦੀਪਾਂ ਦਾ ਦੀਪ ਵੀ ਕਿਹਾ ਜਾਂਦਾ। ਪਤਾ ਕਿਉਂ? ਕਿਉਂਕਿ ਆਸਟ੍ਰੇਲੀਆ ਮਹਾਦੀਪ ਜਿਹੜਾ ਵਾ, ਸਭ ਤੋਂ ਛੋਟਾ ਮਹਾਦੀਪ ਆ। ਸਾਰੇ ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ। ਇੱਕ ਸਾਈਡ ਤੇ ਅੰਟਾਰਕਟਿਕ, ਇੱਕ ਸਾਈਡ ਤੇ ਹਿੰਦ ਮਹਾਸਾਗਰ, ਇੱਕ ਸਾਈਡ ਤੇ ਕਿਧਰੇ ਪ੍ਰਸ਼ਾਂਤ ਮਹਾਸਾਗਰ। ਸਾਰੇ ਬੰਨਿਆਂ ਤੋਂ ਕੀ ਆ? ਇਹ ਪਾਣੀ ਦੇ ਨਾਲ ਘਿਰਿਆ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਉਹ ਕਿਹੜਾ ਮਹਾਦੀਪ ਆ ਜਿਹੜਾ ਚਾਰੇ ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ, ਕਿਉਂਕਿ ਪਹਿਲਾਂ ਕੋਈ 2 ਪਾਸਿਆਂ ਤੋਂ ਆ, ਕੋਈ 3 ਪਾਸਿਆਂ ਤੋਂ ਆ, ਹਨਾ। ਉੱਤਰੀ ਅਮਰੀਕਾ 3 ਪਾਸਿਆਂ ਤੋਂ ਆ, ਏਦਾਂ ਕਰਕੇ, ਹਨਾ। ਤੇ ਜੇਕਰ ਪੁੱਛਿਆ ਜਾਵੇ ਕਿਹੜਾ ਉਹ ਮਹਾਦੀਪ ਆ ਜਿਹੜਾ ਚਾਰੇ ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ, ਉਹ ਸਾਡਾ ਆਸਟ੍ਰੇਲੀਆ ਮਹਾਦੀਪ ਆ। ਠੀਕ ਹੈ, ਹੁਣ ਤੁਹਾਨੂੰ ਲੋਕੇਸ਼ਨ, ਠੀਕ ਹੈ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਯੂਰਪ, ਏਸ਼ੀਆ ਤੇ ਆਸਟ੍ਰੇਲੀਆ, ਅਫਰੀਕਾ, ਇਹਨਾਂ ਦੀ ਜਿਹੜੀ ਆ ਤੁਹਾਨੂੰ ਲੋਕੇਸ਼ਨ ਜ਼ਰੂਰ ਪਤਾ ਹੋਣੀ ਚਾਹੀਦੀ। ਇਹ ਜਿਹੜੇ 4-5 ਮੇਨ ਆ, ਇਹਨਾਂ ਦੀ ਲੋਕੇਸ਼ਨ ਪਤਾ ਹੋਣੀ ਤੁਹਾਨੂੰ ਚਾਹੀਦੀ ਆ। ਉਸ ਤੋਂ ਬਾਅਦ ਆਪਾਂ ਜਾਣਦੇ ਆ ਇਹਨਾਂ ਦੀ ਥਿਊਰੀ ਤੇ। ਮੈਨੂੰ ਉਮੀਦ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਸ ਤਰੀਕੇ ਦੇ ਨਾਲ ਤੁਹਾਨੂੰ ਕਿੰਨਾ ਕੁ ਵਧੀਆ ਸਮਝ ਆਇਆ। ਹੁਣ ਆਪਾਂ ਜਾਣਦੇ ਆ ਅੱਗੇ ਇਹਨਾਂ ਦੀ ਮੇਨ ਥਿਊਰੀ ਤੇ। ਕਲਾਸ ਨੂੰ ਸ਼ੇਅਰ ਵੀ ਜ਼ਰੂਰ ਕਰਕੇ ਆਇਓ। ਮੇਰਾ ਕਰਕੇ ਨਾ ਕਰੋ, ਬਾਕੀਆਂ ਲਈ ਉਹਨਾਂ ਦਾ ਕਰਕੇ ਕਰ ਦਿਓ, ਕਿਉਂਕਿ ਇਦਾਂ ਦਾ ਡਾਟਾ ਮਿਲਦਾ ਨਹੀਂ ਬੱਚਿਆਂ ਨੂੰ, ਬੱਚੇ ਤਰਸਦੇ ਆ। ਠੀਕ ਆ, ਹੁਣ ਲੋਕੇਸ਼ਨ ਸਮਝ ਲਈ ਅਸੀਂ ਮਹਾਦੀਪਾਂ ਦੀ। ਲੋਕੇਸ਼ਨ ਸਮਝਣ ਤੋਂ ਬਾਅਦ ਆਹ ਚੀਜ਼ ਸਮਝਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਉਹ ਤਾਂ ਕਿਉਂਕਿ ਸਾਨੂੰ ਜਦੋਂ ਕੋਈ ਵੀ ਮਹਾਦੀਪ ਪੁੱਛਿਆ ਜਾਂਦਾ, 2 ਪਰਪਸ ਤੋਂ ਪੁੱਛਿਆ ਜਾਂਦਾ। ਜਾਂ ਤਾਂ ਖੇਤਰਫਲ ਦੇ ਅਕੋਰਡਿੰਗ ਪੁੱਛ ਲਿਆ ਜਾਂਦਾ, ਵੱਡਾ ਛੋਟਾ, ਜਾਂ ਫਿਰ ਜਨਸੰਖਿਆ ਦੇ ਪੱਖ ਤੋਂ ਪੁੱਛ ਲਿਆ ਜਾਂਦਾ। ਸੋ ਦੋਵੇਂ ਤਰ੍ਹਾਂ ਹੀ ਕਰਾਉਂਗੀ ਤੇ ਦੋਵੇਂ ਤਰ੍ਹਾਂ ਹੀ ਤੁਹਾਨੂੰ ਪਤਾ ਹੋਣਾ ਚਾਹੀਦਾ। ਜਦੋਂ ਅਸੀਂ ਖੇਤਰਫਲ ਦੇ ਅਕੋਰਡਿੰਗ ਗੱਲ ਕਰਦੇ ਆ, ਏਸ਼ੀਆ ਮਹਾਦੀਪ ਵੱਡਾ ਮਹਾਦੀਪ ਆ, ਖੇਤਰਫਲ ਦੇ ਪੱਖ ਤੋਂ ਵੀ ਤੇ ਜਨਸੰਖਿਆ ਦੇ ਪੱਖ ਤੋਂ ਵੀ। ਜਦੋਂ ਅਸੀਂ ਅਫਰੀਕਾ ਮਹਾਦੀਪ ਦੀ ਗੱਲ ਕਰਦੇ ਆ, ਇਹ ਦੂਸਰੇ ਨੰਬਰ ਦਾ ਵੱਡਾ ਮਹਾਦੀਪ ਆ, ਖੇਤਰਫਲ ਦੇ ਪੱਖ ਤੋਂ ਵੀ ਤੇ ਜਨਸੰਖਿਆ ਦੇ ਪੱਖ ਤੋਂ ਵੀ। ਹੁਣ ਇੱਕ ਚੀਜ਼ ਕੀ ਸੌਖੀ ਹੋ ਗਈ ਵੀ ਚਾਹੇ ਖੇਤਰਫਲ ਦੇ ਅਕੋਰਡਿੰਗ ਪਹਿਲਾ ਪੁੱਛ ਲੈਣ, ਚਾਹੇ ਦੂਜਾ ਪੁੱਛ ਲੈਣ, ਆਨਸਰ ਸਾਡਾ ਏਸ਼ੀਆ ਤੇ ਅਫਰੀਕਾ ਹੀ ਆਊਗਾ। ਸੋ ਇਹਨੂੰ ਯਾਦ ਰੱਖਣਾ ਤੇ ਬਹੁਤ ਆਸਾਨ ਆ। ਪਰ ਜਿਹੜੇ ਸਾਡੇ ਅਗਲੇ ਮਹਾਦੀਪ ਆ, ਇਹ ਖੇਤਰਫਲ ਦੇ ਅਕੋਰਡਿੰਗ ਤੇ ਜਨਸੰਖਿਆ ਦੇ ਅਕੋਰਡਿੰਗ ਥੋੜਾ ਜਿਹਾ ਬਦਲ ਜਾਂਦੇ। ਉਹ ਕਿੱਦਾਂ? ਜਦੋਂ ਖੇਤਰਫਲ ਦੇ ਅਕੋਰਡਿੰਗ ਉੱਤਰੀ ਅਮਰੀਕਾ ਦੀ ਗੱਲ ਆਉਂਦੀ ਆ, ਤਾਂ ਇਹ ਤੀਜੇ ਨੰਬਰ ਦਾ ਜਿਹੜਾ ਵੱਡਾ ਮਹਾਦੀਪ ਆ ਖੇਤਰਫਲ ਦੇ ਅਕੋਰਡਿੰਗ। ਜਦੋਂ ਖੇਤਰਫਲ ਦੇ ਅਕੋਰਡਿੰਗ ਚੌਥਾ ਮਹਾਦੀਪ ਆਉਂਦਾ ਤੇ ਉਹ ਸਾਡਾ ਦੱਖਣੀ ਅਮਰੀਕਾ ਆਉਂਦਾ। ਜਦੋਂ ਖੇਤਰਫਲ ਦੇ ਅਕੋਰਡਿੰਗ 5ਵਾਂ ਮਹਾਦੀਪ ਆਉਂਦਾ ਤੇ ਉਹ ਅੰਟਾਰਕਟਿਕ ਆਉਂਦਾ। ਜੇ ਖੇਤਰਫਲ ਦੇ ਅਕੋਰਡਿੰਗ 6ਵਾਂ ਮਹਾਦੀਪ ਆਉਂਦਾ ਤੇ ਉਹ ਯੂਰਪ ਆਉਂਦਾ। ਜੇ ਖੇਤਰਫਲ ਦੇ ਅਕੋਰਡਿੰਗ 7ਵਾਂ ਮਹਾਦੀਪ ਆਉਂਦਾ ਤੇ ਉਹ ਸਾਡਾ ਆਸਟ੍ਰੇਲੀਆ ਮਹਾਦੀਪ ਆਉਂਦਾ।
ਇਹ ਆ ਖੇਤਰਫਲ ਦੇ ਅਕੋਰਡਿੰਗ ਸੀਕੁਐਂਸ ਏਸ਼ੀਆ, ਅਫਰੀਕਾ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਅੰਟਾਰਕਟਿਕਾ, ਯੂਰਪ ਤੇ ਆਸਟ੍ਰੇਲੀਆ। ਆਸਟ੍ਰੇਲੀਆ ਖੇਤਰਫਲ ਦੇ ਅਕੋਰਡਿੰਗ ਸਭ ਤੋਂ ਛੋਟਾ ਮਹਾਂਦੀਪ ਆ। ਠੀਕ ਹੈ, ਇਹ ਚੀਜ਼ ਜ਼ਰੂਰ ਯਾਦ ਰੱਖਿਓ, ਵੱਡਾ ਛੋਟਾ। ਠੀਕ ਹੈ, ਵੱਡਾ ਛੋਟਾ ਜ਼ਰੂਰ ਪਤਾ ਹੋਣਾ ਚਾਹੀਦਾ, ਇੱਕ ਦੂਜੇ ਨੰਬਰ ਦਾ। ਠੀਕ ਹੈ, ਉਸ ਤੋਂ ਬਾਅਦ ਜਨਸੰਖਿਆ ਦੇ ਪੱਖ ਤੋਂ ਏਸ਼ੀਆ, ਅਫਰੀਕਾ ਤਾਂ ਸੇਮ ਹੀ ਆ ਗਏ ਹਨਾ। ਜਦੋਂ ਅਸੀਂ ਯੂਰਪ ਦੀ ਗੱਲ ਕਰਦੇ ਹਾਂ ਤਾਂ ਯੂਰਪ ਤੀਜੇ ਨੰਬਰ ਤੇ ਉਹ ਵਾਲਾ ਮਹਾਂਦੀਪ ਬਣ ਜਾਂਦਾ ਵਾ, ਜਨਸੰਖਿਆ ਦੇ ਪੱਖ ਤੋਂ ਤੀਜੇ ਨੰਬਰ ਤੇ ਆਉਂਦਾ ਵਾ। ਉਸ ਤੋਂ ਬਾਅਦ ਉੱਤਰੀ ਅਮਰੀਕਾ ਜਿਹੜਾ ਵਾ ਇਹ ਆ ਜਾਂਦਾ ਵਾ ਸਾਡਾ ਚੌਥੇ ਨੰਬਰ ਤੇ। ਠੀਕ ਹੈ, ਚੌਥੇ ਨੰਬਰ ਤੇ ਜਨਸੰਖਿਆ ਦੇ ਪੱਖ ਤੋਂ ਵੱਡਾ ਮਹਾਂਦੀਪ। ਦੱਖਣੀ ਅਮਰੀਕਾ ਪੰਜਵੇਂ ਨੰਬਰ ਤੇ ਜਨਸੰਖਿਆ ਦੇ ਪੱਖ ਤੋਂ ਵੱਡਾ ਮਹਾਂਦੀਪ। ਆਸਟ੍ਰੇਲੀਆ 6ਵੇਂ ਨੰਬਰ ਦਾ। ਅੰਟਾਰਕਟਿਕ 7ਵੇਂ ਨੰਬਰ ਦਾ। ਠੀਕ ਆ, ਸੋ ਇਹ ਸੀਕੁਐਂਸ ਜਿਹੜਾ ਵਾ ਤੁਹਾਨੂੰ ਯਾਦ ਰੱਖਣਾ ਪੈਣਾ ਹੀ ਪੈਣਾ ਵਾ, ਖੇਤਰਫਲ ਦੇ ਅਕੋਰਡਿੰਗ ਵੀ, ਜਨਸੰਖਿਆ ਦੇ ਪੱਖ ਤੋਂ ਵੀ। ਠੀਕ ਹੈ, ਦੋਨੋਂ ਤਰ੍ਹਾਂ ਦੇ ਨਾਲ। ਹੁਣ ਮੈਂ ਇੱਥੇ ਨਾ ਇੱਕ ਤੁਹਾਨੂੰ ਟ੍ਰਿਕ ਦੱਸ ਦਿੰਨੀ ਆ, ਮੈਂ ਪਹਿਲਾਂ ਵੀ ਕਿਸੇ ਕਲਾਸ ਦੇ ਵਿੱਚ ਕਰਵਾਈ ਸੀ। ਜੇ ਤੁਹਾਨੂੰ ਉਹ ਟ੍ਰਿਕ ਕੰਪਲੀਕੇਟਡ ਨਾ ਲੱਗੇ ਤਾਂ ਉਹ ਟ੍ਰਿਕ ਇਹ ਆ ਵੀ ਤੁਹਾਨੂੰ ਦੋਨਾਂ ਵਿੱਚੋਂ ਇੱਕ ਸੀਕੁਐਂਸ ਯਾਦ ਰੱਖਣਾ ਪੈਣਾ। ਜਾਂ ਤਾਂ ਸੀਕੁਐਂਸ ਖੇਤਰਫਲ ਦੇ ਅਕੋਰਡਿੰਗ ਯਾਦ ਰੱਖ ਲਓ, ਜਾਂ ਫਿਰ ਜਨਸੰਖਿਆ ਦੇ ਅਕੋਰਡਿੰਗ ਸੀਕੁਐਂਸ ਯਾਦ ਰੱਖ ਲਓ, ਜਿਵੇਂ ਵੀ ਤੁਹਾਨੂੰ ਈਜ਼ੀ ਲੱਗਦਾ। ਹੁਣ ਤੁਸੀਂ ਕੀ ਕਰਨਾ, ਮੰਨ ਲਓ ਮੈਂ ਜਿਹੜਾ ਵਾ ਇਹਨਾਂ ਨੂੰ ਯਾਦ ਕਰਨਾ। ਠੀਕ ਹੈ, ਮੈਂ ਬਿਨਾਂ ਰੱਟਾ ਲਾਏ ਹਨਾ ਕੋਈ ਯਾਦ ਕਰਨਾ। ਮੈਂ ਕੀ ਕਰੂੰਗੀ, ਮੰਨ ਲਓ ਮੈਂ ਖੇਤਰਫਲ ਦੇ ਅਕੋਰਡਿੰਗ ਯਾਦ ਰੱਖਣਾ। ਮੈਂ ਰੱਖ ਲਿਆ 1 2 3 4 5 6 7। ਠੀਕ ਹੈ, ਪਹਿਲੇ ਨੰਬਰ ਤੇ ਮੈਨੂੰ ਆਹ ਸੀਕੁਐਂਸ ਯਾਦ ਆ, ਮੈਨੂੰ ਪਤਾ ਵੀ ਖੇਤਰਫਲ ਦੇ ਆ ਜਿਹੜਾ ਸਾਡਾ ਸੀਕੁਐਂਸ ਆ ਇਹ ਹੈਗਾ ਵਾ ਖੇਤਰਫਲ ਦੇ ਅਕੋਰਡਿੰਗ। ਮੈਨੂੰ ਪਤਾ ਵੀ ਖੇਤਰਫਲ ਦੇ ਅਕੋਰਡਿੰਗ ਏਸ਼ੀਆ ਵਾ, ਦੂਜੇ ਨੰਬਰ ਦਾ ਜਿਹੜਾ ਵਾ ਅਫਰੀਕਾ ਵਾ, ਤੀਜੇ ਨੰਬਰ ਦਾ ਉੱਤਰੀ ਅਮਰੀਕਾ ਵਾ, ਚੌਥੇ ਨੰਬਰ ਦਾ ਦੱਖਣੀ ਅਮਰੀਕਾ ਵਾ, ਪੰਜਵੇਂ ਨੰਬਰ ਤੇ ਅੰਟਾਰਕਟਿਕ ਆ, ਛੇਵੇਂ ਨੰਬਰ ਤੇ ਯੂਰਪ ਆ ਤੇ ਸੱਤਵੇਂ ਤੇ ਆਸਟ੍ਰੇਲੀਆ। ਯਾਨੀ ਕਿ ਜਿਹੜਾ ਆ ਵਾਲਾ ਸੀਕੁਐਂਸ ਆ ਇਹ ਮੈਨੂੰ ਕੀ ਆ ਯਾਦ ਆ ਖੇਤਰਫਲ ਦੇ ਅਕੋਰਡਿੰਗ। ਹੁਣ ਜਿਹੜਾ ਜਨਸੰਖਿਆ ਦੇ ਅਕੋਰਡਿੰਗ ਮੈਂ ਯਾਦ ਰੱਖਣਾ ਉਹਦੀ ਮੈਂ ਟ੍ਰਿਕ ਬਣਾ ਲੈਣੀ। ਇੱਧਰ ਦੇਖੋ, ਪਹਿਲੇ ਨੰਬਰ ਤੇ ਜਿਹੜਾ ਸਾਡਾ ਆ ਗਿਆ ਉਹ ਆ ਗਿਆ ਸਾਡਾ ਸੇਮ ਹੀ ਏਸ਼ੀਆ ਮਹਾਂਦੀਪ। ਦੂਜੇ ਨੰਬਰ ਤੇ ਸਾਡਾ ਸੇਮ ਹੀ ਆ ਗਿਆ ਏਸ਼ੀਆ ਮਹਾਂਦੀਪ। ਹੁਣ ਤੀਜੇ ਨੰਬਰ ਤੇ ਜਿਹੜਾ ਸਾਡਾ ਹੈਗਾ ਵਾ ਉਹ ਹੈਗਾ ਵਾ ਉੱਤਰੀ ਅਮਰੀਕਾ। ਠੀਕ ਆ, ਤੀਜੇ ਨੰਬਰ ਤੇ ਸਾਡਾ ਕੀ ਹੈਗਾ ਵਾ ਉੱਤਰੀ ਅਮਰੀਕਾ। ਪਰ ਯੂਰਪ ਜਿਹੜਾ ਵਾ ਉਹ ਸਾਡਾ ਹੈਗਾ ਵਾ 6ਵੇਂ ਨੰਬਰ ਦਾ। ਇੱਥੇ ਮੈਂ ਕੀ ਲੈ ਲੂੰਗੀ, 6 ਲੈ ਲੂੰਗੀ। ਪਹਿਲਾਂ ਟ੍ਰਿਕ ਬਣਾ ਲਓ, 6 ਵਾਲਾ ਹੀ ਵੱਡਾ ਜਿਹਾ ਪੈ ਗਿਆ। ਠੀਕ ਹੈ, ਟ੍ਰਿਕ ਬਣਾ ਲਓ, ਮੈਂ ਤੁਹਾਨੂੰ ਦੱਸਦੀ ਹਾਂ। ਹੁਣ ਮੈਨੂੰ ਆਹ ਸੀਕੁਐਂਸ ਯਾਦ ਆ, ਮੈਂ ਕਿਹਾ ਏਸ਼ੀਆ, ਅਫਰੀਕਾ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਅੰਟਾਰਕਟਿਕ, ਯੂਰਪ। ਤੇ ਜਦੋਂ 2 ਤੋਂ ਬਾਅਦ 6 ਆ ਗਿਆ ਨਾ, ਮੈਨੂੰ ਪਤਾ ਲੱਗ ਜੂ ਵੀ ਜਨਸੰਖਿਆ ਦੇ ਪੱਖ ਤੋਂ 6ਵੇਂ ਨੰਬਰ ਤੇ ਯੂਰਪ ਆ ਰਿਹਾ ਤੇ ਯੂਰਪ ਜਨਸੰਖਿਆ ਦੇ ਪੱਖ ਤੋਂ 6ਵੇਂ ਨੰਬਰ ਤੇ ਆ। ਗੱਲ ਸਮਝ ਆ ਗਈ ਨਾ। ਸੋ ਇਸ ਤਰੀਕੇ ਦੇ ਨਾਲ ਜਿਹੜਾ ਵਾ ਤੁਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ। ਹੁਣ ਵੇਖੋ ਅਗਲਾ ਪੁਆਇੰਟ ਜਿਹੜਾ ਵਾ ਇਸੇ ਤਰ੍ਹਾਂ ਹੀ ਟ੍ਰਿਕ ਬਣਾਉਂਦੇ ਜਾਓ। ਹੁਣ ਚੌਥੇ ਨੰਬਰ ਤੇ ਮੇਰਾ ਹੈਗਾ ਵਾ ਦੱਖਣੀ ਅਮਰੀਕਾ। ਹੁਣ ਇੱਥੇ ਮੈਂ ਕੀ ਲੈ ਲੂੰਗੀ, 5। ਠੀਕ ਹੈ, ਕਿਉਂਕਿ ਜਨਸੰਖਿਆ ਦੇ ਪੱਖ ਤੋਂ ਦੱਖਣੀ ਅਮਰੀਕਾ 5ਵੇਂ ਨੰਬਰ ਤੇ ਆ। ਠੀਕ ਆ, ਉਸ ਤੋਂ ਬਾਅਦ ਤੁਸੀਂ ਕਿੱਥੇ ਆ ਜਾਣਾ ਵਾ, ਉਸ ਤੋਂ ਬਾਅਦ ਤੁਸੀਂ ਆ ਜਾਣਾ ਵਾ, ਨਹੀਂ ਉੱਤਰੀ ਅਮਰੀਕਾ ਤੇ ਰਹਿ ਗਿਆ, ਉੱਤਰੀ ਅਮਰੀਕਾ। ਠੀਕ ਹੈ, ਇੱਥੇ ਸਾਡਾ ਆ ਜਾਣਾ ਵਾ ਚੌਥਾ। ਠੀਕ ਆ, ਉਸ ਤੋਂ ਬਾਅਦ ਅਗਲੀ ਟ੍ਰਿਕ ਜਿਹੜੀ ਆ ਆਪਾਂ ਜਾਣਾ ਵਾ 5ਵੇਂ ਨੰਬਰ ਤੇ। ਇੱਥੇ ਸਾਡਾ ਹੈਗਾ ਵਾ ਅੰਟਾਰਕਟਿਕਾ ਤੇ ਇੱਥੇ ਸਾਡਾ ਜਿਹੜਾ ਹੈਗਾ 5ਵੇਂ ਨੰਬਰ ਤੇ ਆ ਰਿਹਾ ਉਹ ਸਾਡਾ ਆ ਰਿਹਾ ਦੱਖਣੀ ਅਮਰੀਕਾ। ਬਸ ਇਸੇ ਤਰ੍ਹਾਂ ਹੀ ਗਿਣਤੀ ਇੱਥੇ ਲਿਖ ਲੈਣੀ ਆ। ਠੀਕ ਆ, 1 2 3 4 5 6 7 ਇਸ ਤਰੀਕੇ ਦੇ ਨਾਲ ਯਾਦ ਰਹਿ ਗਿਆ। ਇੱਥੇ ਲਿਖ ਲਓ 1 2 6 4 5 7 6 ਇਸ ਤਰੀਕੇ ਦੇ ਨਾਲ ਟ੍ਰਿਕ ਬਣ ਜਾਣੀ ਆ। ਠੀਕ ਆ, ਇੱਕ ਸੀਕੁਐਂਸ ਯਾਦ ਰੱਖ ਲੈਣਾ ਤੇ ਇੱਕ ਸੀਕੁਐਂਸ ਤੁਸੀਂ ਟ੍ਰਿਕ ਦੇ ਨਾਲ ਜਿਹੜਾ ਵਾ ਤੁਸੀਂ ਜਿਹੜਾ ਤੁਹਾਨੂੰ ਯਾਦ ਹੋ ਜਾਊਗਾ। ਉਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਪੁਆਇੰਟ ਆ ਉਹ ਆਪਾਂ ਜਾਣੇ ਆ। ਜੇਕਰ ਤੁਹਾਨੂੰ ਉਦਾਂ ਹੀ ਸੀਕੁਐਂਸ ਦੋਵੇਂ ਯਾਦ ਰੱਖਣੇ ਸਿੱਧੇ ਉਦਾਂ ਰੱਖ ਲਓ। ਪਰ ਇਹ ਉਹਨਾਂ ਬੱਚਿਆਂ ਨੂੰ ਮੈਂ ਦੱਸਿਆ ਵਾ, ਕਈ ਬੱਚੇ ਟ੍ਰਿਕ ਲਾ ਕੇ ਯਾਦ ਰੱਖਣਾ ਬਹੁਤ ਆਸਾਨ ਸਮਝਦੇ ਆ। ਮੈਨੂੰ ਵੈਸੇ ਉਦਾਂ ਹੀ ਯਾਦ ਆ, ਮਤਲਬ ਜਨ ਖੇਤਰਫਲ ਦੇ ਅਕੋਰਡਿੰਗ ਕਿਹੜਾ ਪਹਿਲੇ ਤੇ ਆ ਕਿਹੜਾ ਦੂਜੇ ਤੇ ਆ, ਮੈਨੂੰ ਉਦਾਂ ਕਿੱਦਾਂ ਯਾਦ ਹੋਏ। ਮੈਂ ਕੋਈ ਰੱਟਾ ਨਹੀਂ ਲਾਇਆ ਕਿਉਂਕਿ ਮੈਂ ਬਾਰ-ਬਾਰ ਪੜ੍ਹੇ ਆ। ਜਦੋਂ ਕਿਸੇ ਚੀਜ਼ ਦੀ ਆਪਾਂ ਬਾਰ-ਬਾਰ ਰਿਵੀਜ਼ਨ ਪ੍ਰੈਕਟਿਸ ਕਰਦੇ ਆ ਤਾਂ ਉਹ ਚੀਜ਼ ਸੈੱਟ ਹੋ ਜਾਂਦੀ ਆ ਮਾਈਂਡ 'ਚ।
ठीक है, तुसीं भी इदां कर लेना। सो ये दोनों तरह सीक्वेंस पता होना चाहिए। हुण आपां जाने आ एशिया महाद्वीप की डिटेल दे विच ते नालों नाल नोट्स जिहड़े ने वो तैयार करदे जाना। ते जाने आपां एशिया महाद्वीप ते। एशिया महाद्वीप ते आ जाओ। एशिया महाद्वीप ठीक है, मैं तुहानूं दस्सिया ही खेत्रफल के पक्ष तो भी जनसंख्या के पक्ष तो भी की आ वड्डा महाद्वीप आ। जेकर पुछा जाए भी किन्ना खेत्रफल इहदे विच हैगा, पूरे विश्व का 30% जिहड़ा एरिया 3/3 भी कह सकते हैं, 3/3 हिस्सा जिहड़ा कौन घेरदा वा, एशिया महाद्वीप घेरदा। पूरी धरती का, पूरे वर्ल्ड का 3/3 हिस्सा कौन घेरदा वा, एशिया महाद्वीप घेरदा। विश्व की जनसंख्या किन्ने परसेंट, 60%, क्योंकि जनसंख्या के पक्ष तो भी ते खेत्रफल के पक्ष तो भी वड्डा वा। ठीक है, जेकर खेत्रफल पूछा जाए 30% जां 3/3 करके, ठीक है, जे जनसंख्या पूछी जाए तो पूरे विश्व की 60% जनसंख्या कित्थे पाई जाती आ, एशिया महाद्वीप दे विच पाई जाती आ। उत्तरी पूर्वी हिस्से विच, याद करो जो मैं तुहानूं लोकेशन करवाई सी, इत्थे मैं तुहानूं कहा सी कि उत्तरी पूर्वी हिस्से दे विच आ। ठीक है, कर्क रेखा इस महाद्वीप दे विचों लंघदी आ। साडा मैं तुहानूं दस्सिया सी इत्थे एक आ सीगा हना, ते इहदे विचों की लंघदी आ, कर्क रेखा एशिया महाद्वीप के सेंटर विचों लंघदी आ। इस चीज़ नूं ध्यान दे विच रखियो। एशिया ते यूरोप यूराल परबतां राहीं वख हुंदे हन। ये पॉइंट मैं तुहानूं करवा चुकी हाँ जदों मैं तुहानूं स्टार्टिंग च लोकेशन करवा रही सी। यूराल परबत जिहड़े ने यूरोप नूं ते एशिया नूं की करदे ने, वख करदे ने। इन्हां दोवां दा जिहड़ा मिक्स भाग आ उहनूं आपां की कहने आ, यूरेशिया कहने आ। मतलब यूरोप ते प्लस एशिया, इथों मिक्स की बन गया, यूरेशिया बन गया। दक्षिणी हिस्सा हिंद महासागर। जेकर तुहानूं पुछा जाए भी एशिया महाद्वीप के दक्षिण वाले हिस्से दे विच किहड़ा महासागर पैंदा, तुहाडा आंसर आऊगा हिंद महासागर। जेकर पूछा जाए भी एशिया महाद्वीप के पूर्व विच किहड़ा महासागर पैंदा, आंसर तुहाडा आऊगा प्रशांत महासागर। जेकर तुहानूं पूछा जाए भी इहदे उत्तर वाले हिस्से दे विच किहड़ा महाद्वीप पैंदा, तुहाडा आंसर की आऊगा आर्कटिक महासागर। इहदी आ चीज़ जरूर ध्यान दे विच रखनी आ। पता की जेकर सानू महाद्वीपां बारे कोई क्वेश्चन आउंदा, जां तां सानू आऊगा वड्डे महाद्वीप दा, सब तो छोटे महाद्वीप दा। हुण एशिया दे क्वेश्चन आउण दे ज़्यादा चांस आ, एशिया दे विच की पाया जांदा, ये आउण दे ज़्यादा चांस आ। जां फिर जिद्दां अफ्रीका, मतलब जिथे कोई वड्डी नदी आ, किथे लम्मी नदी आ, मतलब जिहड़े इंपॉर्टेंट महाद्वीप आ वो एंड ते मैं तुहानूं दस दूंगी। ठीक है, फिलहाल आपां थ्योरी ते कंसनट्रेट करिए। ठीक है, उस तो बाद संसार की सब तो उच्ची चोटी माउंट एवरेस्ट एशिया महाद्वीप दे विच ही पाई जाती आ। कित्थे पाई जाती है, नेपाल दे विच। ते नेपाल किहड़े महाद्वीप की कंट्री आ, एशिया महाद्वीप की कंट्री है। ठीक है, अजे एशिया महाद्वीप के पॉइंट खत्म नहीं होए, अगे होर भी बहुत कुछ आ। अगे चलते हैं अगले पॉइंट ते। उस तो बाद एशिया महाद्वीप दीयां दो मशहूर झीलां कैस्पियन सागर ते बैकाल झीलां, ये किहड़ियां ने, एशिया महाद्वीप दीयां ने। इस चीज़ नूं ध्यान दे विच रखियो। जेकर तुहानूं एशिया महाद्वीप दे मारूथल पूछे जाण, गोबी मारूथल ते थार मारूथल जिहड़े ने एशिया महाद्वीप दे मारूथल ने। ये खाण वाली गोभी नहीं आ, ये सब्जी नहीं, ये मारूथल दा नाम आ गोबी मारूथल ते थार मारूथल। जिहड़ा गोबी मारूथल है ना, ये चारे पासियां तो की देशां दे नाल घिरिया। कोई भी इदां दा एरिया जिहड़ा चारे पासियां तो देशां दे नाल घिरिया होवे, उहनूं आपां किहड़े नाम नाल जानदे आ, लैंड लॉक देश दे नाम नाल जानदे आ। लैंड लॉक मारूथल इहनूं आपां कहने आ। शीत मारूथल इसका वड्डा कोल्डेस्ट मारूथल है। ठंडा मारूथल इहदा किहड़ा वा, शीत मारूथल एशिया महाद्वीप दा। सऊदी अरब कंट्री का तुसीं नाम सुनिया होगा, सऊदी अरब, थाईलैंड, बंगलादेश, भूटान, नेपाल, ये कंट्रियां किहड़ियां ने, एशिया महाद्वीप दे विच पैंदियां ने। ये कंट्रियां एशिया महाद्वीप दियां ने। ये इंपॉर्टेंट वैसे तो एशिया महाद्वीप दे विच बहुत ज़्यादा देश आ, पर मशहूर देश मैं करवा रही हाँ जिन्हां दा किसी ना किसी परपस तो जिहड़ा वा इंपॉर्टेंट आ। जिहड़े हुण जदों असीं एशिया महाद्वीप दे सऊदी अरब कंट्री की गल करदे हां तां इह पेट्रोल उत्पादक दे विच एशिया दा देश आ। मतलब कि पेट्रोलियम का ज़्यादातर उत्पादन कित्थों हुंदा वा, सऊदी अरब तो हुंदा। इस करके एशिया महाद्वीप का बहुत ज़्यादा इंपॉर्टेंट देश आ। जेकर तुहानूं पुछा जाए भी चिट्टे हाथियां दा देश किहनूं कहा जांदा वा,
ਥਾਈਲੈਂਡ ਨੂੰ ਕਿਹਾ ਜਾਂਦਾ। ਤੇ ਥਾਈਲੈਂਡ ਕਿਹੜੇ ਮਹਾਂਦੀਪ ਦੀ ਕੰਟਰੀ ਆ? ਏਸ਼ੀਆ ਮਹਾਂਦੀਪ ਦੀ ਕੰਟਰੀ ਆ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਸਭ ਤੋਂ ਜ਼ਿਆਦਾ ਜੂਟ ਕਿੱਥੇ ਪੈਦਾ ਕੀਤਾ ਜਾਂਦਾ? ਬੰਗਲਾਦੇਸ਼ ਦੇ ਵਿੱਚ ਪੈਦਾ ਕੀਤਾ ਜਾਂਦਾ। ਬੰਗਲਾਦੇਸ਼ ਕਿਹੜੇ ਮਹਾਂਦੀਪ ਦੀ ਕੰਟਰੀ ਆ? ਏਸ਼ੀਆ ਮਹਾਂਦੀਪ ਦੀ ਕੰਟਰੀ ਆ। ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਏਸ਼ੀਆ ਦੀ ਲੰਮੀ ਨਦੀ, ਕਿਉਂਕਿ ਜਿਹੜੀ ਆਪਾਂ ਲੰਮੀ ਨਦੀ ਕੀਤੀ ਸੀ ਉਹ ਆਪਾਂ ਕੀਤੀ ਸੀ ਅਫਰੀਕਾ ਮਹਾਂਦੀਪ ਦੀ ਲੰਮੀ ਨਦੀ, ਜਿਹੜੀ ਸੀਗੀ ਆਪਣੀ ਨੀਲ ਨਦੀ। ਨੀਲ ਨਦੀ ਅਫਰੀਕਾ ਮਹਾਂਦੀਪ ਦੀ ਲੰਮੀ ਨਦੀ ਸੀ। ਪਰ ਜੇਕਰ ਤੁਹਾਨੂੰ ਏਸ਼ੀਆ ਦੀ ਲੰਮੀ ਨਦੀ ਪੁੱਛ ਲੈਣ, ਏਸ਼ੀਆ ਦੀ ਲੰਮੀ ਨਦੀ ਪੁੱਛੀ ਜਾ ਸਕਦੀ ਆ, ਕਿਉਂਕਿ ਜਨਸੰਖਿਆ ਦੇ ਪੱਖ ਤੋਂ, ਖੇਤਰਫਲ ਦੇ ਪੱਖ ਤੋਂ ਵੱਡਾ ਮਹਾਂਦੀਪ ਆ ਤੇ ਇਹਦੀ ਜਿਹੜੀ ਲੰਮੀ ਨਦੀ ਉਹ ਇੰਪੋਰਟੈਂਟ ਆ,यांग टीसी क्यांग। हाँ, नाम थोड़ा औखा नदी का, पर याद रह जाऊगा, एडी भी कोई है नहीं गल। एशिया महाद्वीप की जिहड़ी लंबी नदी आ वो हैगी आ यांग टीसी क्यांग। ते जेकर तुहानूं पुछा जावे थंडरबोल्ट कंट्री किहड़ी आ? भूटान। भूटान जिहड़ा वा थंडरबोल्ट देश जिहड़ा वा गिणिया जांदा वा। ते भूटान भी किहड़े महाद्वीप दा हिस्सा वा? एशिया महाद्वीप दा हिस्सा। बस इदों बाहर क्वेश्चन नहीं आउंदा। ये सी सारा दा सारा डाटा एशिया महाद्वीप दा। उस तो बाद आपां जाने आ अफ्रीका महाद्वीप ते। अफ्रीका महाद्वीप दी सारी डिटेल करदे आ। अफ्रीका महाद्वीप जिहड़ा वा खेत्रफल दे पक्ष तो भी ते जनसंख्या दे पक्ष तो भी दूजा वड्डा महाद्वीप आ। कराया सी तुहानूं मेल लोकेशन दे विच, ठीक आ। कुल खेत्रफल का 20% हिस्सा कौन घेरदा? अफ्रीका महाद्वीप घेरदा। पहला किहड़ा सी? पहला साडा है गया सी एशिया। वो खेत्रफल का किन्ना घेर रहा सी? 30% पूरे विश्व का। ते अफ्रीका दूजे नंबर का वा, ये किन्ना? 20%, मतलब 10% घटा दो। उस तो बाद जनसंख्या का एशिया किन्ना घेर रहा सी? 60%, ठीक है। ते ये जिहड़ा अफ्रीका वा ये किन्ना घेर रहा वा? 16%, ठीक है। इस तरीके दे नाल कंपैरिजन करके चीज़ों को समझा करो। कुल खेत्रफल का 20% हिस्सा घेरदा अफ्रीका महाद्वीप। जनसंख्या के पक्ष तो 16% विश्व की जनसंख्या इत्थे पाई जाती आ। भूमध रेखा इहदे सेंटर विचों गुजरदी आ। इक्को एक अजिहा महाद्वीप जिहदे विचों तीनों रेखावां गुजरदियां, पर भूमध रेखा इहदे सेंटर दे विचों गुजरदी आ, जिथे की पाया जांदा वा? सहारा रेगिस्तान पाया जांदा। अफ्रीका का ज्यादातर हिस्सा कित्थे आ? उत्तरी गोलार्ध दे विच। याद करो जो मैं तुहानूं करवाया सी, उपरों ऐ करके चौड़ा जिहा वा उत्तर वाले हिस्से च, नीचे थोड़ा जिहा तिखा हो जाता वा, दक्षिणी हिस्से विच थोड़ा जिहा तिखा हो जाता। इहदा मतलब ज्यादातर हिस्सा इहदा कित्थे पाया जाता वा? उत्तरी गोलार्ध दे विच पाया जाता वा। सहारा रेगिस्तान विश्व का सब तो गर्म रेगिस्तान किहदा वा? कित्थे आ? अफ्रीका महाद्वीप दे विच आ। मतलब 3 पासियां तो महासागर अते समुद्रां दे नाल घिरिया होया वा अफ्रीका महाद्वीप। जेकर पूछा जाए 3 पासियां तो महासागरां ते सागरां दे नाल किहड़ा महाद्वीप घिरिया होया वा? अफ्रीका महाद्वीप। जे पूछा जाए भी इहदे पूर्व हिस्से विच किहड़ा महाद्वीप पैंदा वा? इहदे पूर्व हिस्से विच हिंद महासागर पैंदा वा। ते इहदे पच्छम दे विच किहड़ा महाद्वीप पैंदा वा? इहदे पच्छम दे विच जिहड़ा पैंदा आ ਉਹ ਪੈਂਦਾ ਆ अंटार्कटिक महासागर। इस चीज़ नूं ध्यान दे विच रखियो। उस तो बाद आपां जाने आ अगले पॉइंट ते। उस तो बाद अफ्रीका महाद्वीप दे अगले पॉइंट लिखो। जेकर पूछा जाए कि लाल सागर किहनूं वख करदा वा? यूरोप ते अफ्रीका नूं। जिहड़ा यूराल पर्बत सी, जदों आपां यूराल पर्बत की गल कीती सी, ਉਹ यूरोप नूं किहदे नालों वख कर रहा सी? एशिया नालों वख कर रहा सी। पर जदों लाल सागर की गल आ जाए, लाल सागर किहनूं किहदे नालों वख कर रहा? यूरोप नूं अफ्रीका नालों वख कर रहा, ठीक है। मशहूर झीलां किहड़ियां वा? विक्टोरिया ते एल्बर्टा। एशिया महाद्वीप दी मशहूर झीलां आपां किहड़ियां कीतियां सीआं? कैस्पियन सागर ते अपना एक आपां कीती सीगी कैस्पियन सागर, ते एक अपनी हैगी सी किहड़ी सीगी? बी ते सीगी, है ना? लो मैं भी भुल गई। कैस्पियन सागर ते अपनी केड़ी सीगी? बैकाल। हाँ, कैस्पियन सागर ते बैकाल, ठीक है। कैस्पियन सागर ते बैकाल। कैस्पियन मैं कंपैरिजन तां करदी कि तुहानूं याद रह जाए। कैस्पियन ते बैकाल झीलां किहदियां सीगियां? ये एशिया महाद्वीप दियां सीगियां। ते विक्टोरिया ते अल्बर्टा किहदियां ने? अफ्रीका महाद्वीप दे ने, क्योंकि खेत्रफल ते जनसंख्या दे पक्ष तो ये पहले नंबर ते 2 आउंदे आ, तां करके इन्हां दा डाटा ज़्यादा इंपॉर्टेंट आ।
ਵਿਕਟੋਰੀਆ ਤੇ ਅਲਬਰਟਾ ਅਫਰੀਕਾ ਮਹਾਦੀਪ ਦੀਆਂ ਝੀਲਾਂ ਨੇ। ਕੈਸਪੀਅਨ ਤੇ ਬੈਕਾਲ ਜਿਹੜੀਆਂ ਨੇ ਅਫਰੀਕਾ ਮਹਾਦੀਪ ਦੀਆਂ ਝੀਲਾਂ ਨੇ। ਠੀਕ ਆ। ਜੇਕਰ ਮਾਰੂਥਲ ਦੀ ਗੱਲ ਆ ਜੇ ਤੁਹਾਨੂੰ ਪਤਾ ਲੱਗ ਹੀ ਗਿਆ, ਸਹਾਰਾ ਮਾਰੂਥਲ ਅਫਰੀਕਾ ਦਾ, ਤੇ ਨਾਲ ਹੀ ਦੂਜੇ ਨੰਬਰ ਤੇ ਇਹਦਾ ਜਿਹੜਾ ਮਾਰੂਥਲ ਆ ਉਹ ਕਾਲਾਹਾਰੀ ਮਾਰੂਥਲ ਆ। ਠੀਕ ਆ। ਅਫਰੀਕਾ ਮਹਾਦੀਪ ਦੀ ਉੱਚੀ ਚੋਟੀ ਕਿਲੀਮੰਜਾਰੋ ਆ। ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਇਹ ਪੁੱਛੀ ਜਾ ਚੁੱਕੀ ਆ ਇੱਕ ਵਾਰੀ ਕਿਸੇ ਐਗਜ਼ਾਮ ਦੇ ਵਿੱਚ। ਸਾਡੇ ਏਸ਼ੀਆ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਸੀ? ਮਾਊਂਟ ਐਵਰੈਸਟ ਸੀ। ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਆ? ਕਿਲੀਮੰਜਾਰੋ ਆ। ਦੁਨੀਆ ਦੀ ਸਭ ਤੋਂ ਲੰਬੀ ਨਦੀ ਨੀਲ ਨਦੀ ਕਿੱਥੇ ਪੈਂਦੀ ਆ? ਅਫਰੀਕਾ ਮਹਾਦੀਪ ਦੇ ਵਿੱਚ। ਸਟਾਰਟਿੰਗ ਦੇ ਵਿੱਚ ਜਦੋਂ ਮੈਂ ਤੁਹਾਨੂੰ ਮੈਪ ਕਰਵਾਇਆ ਤਾਂ ਉੱਥੇ ਇਹ ਪੁਆਇੰਟ ਮੈਂ ਤੁਹਾਨੂੰ ਕਰਵਾ ਗਈ ਸੀ। ਹੁਣ ਜਦੋਂ ਅਸੀਂ ਇੰਗਲਿਸ਼ ਦੇ ਵਿੱਚ ਨੀਲ ਨੂੰ ਲਿਖਾਂਗੇ ਤੇ ਆਪਾਂ ਏਦਾਂ ਲਿਖਦੇ ਆ NILE ਨੀਲ, ਹਨਾ, ਤੇ ਇਹਨੂੰ ਆਪਾਂ ਬੋਲਣ ਦੇ ਵਿੱਚ ਨਾਈਲ ਬੋਲਦੇ ਆ। ਇਸ ਕਰਕੇ ਪੇਪਰ ਦੇ ਵਿੱਚ ਤੁਹਾਨੂੰ ਹੋ ਸਕਦਾ ਨੀਲ ਨਦੀ ਨਾ ਲਿਖਣ, ਪੰਜਾਬੀ ਦੇ ਵਿੱਚ ਨਾਈਲ ਨਦੀ ਲਿਖ ਦੇਣ, ਫਿਰ ਉੱਥੇ ਕਨਫਿਊਜ਼ ਨਾ ਹੋ ਜਿਓ ਕਿ ਦੀਦੀ ਨੇ ਤੇ ਨੀਲ ਨਦੀ ਕਰਾਇਆ, ਇੱਥੇ ਨਾਈਲ ਨਦੀ ਲਿਖਿਆ। ਕਨਫਿਊਜ਼ ਨਹੀਂ ਹੋਣਾ। ਨਾਈਲ ਏਦਾਂ ਵੀ, ਨੀਲ ਨਦੀ ਨੂੰ ਏਦਾਂ ਵੀ ਲਿਖਿਆ ਆ ਸਕਦਾ, ਇਹਨੂੰ ਆਪਾਂ ਨਾਈਲ ਨਦੀ ਵੀ ਕਹਿ ਦਿੰਦੇ ਆ। ਇਹਦੇ ਨਾਲ ਹੀ ਸਾਡਾ ਏਸ਼ੀਆ ਤੇ ਅਫਰੀਕਾ ਮਹਾਦੀਪ ਦਾ ਡਾਟਾ ਹੁੰਦਾ ਵਾ ਖਤਮ। ਹੁਣ ਆਪਾਂ ਜਾਣੇ ਆ ਯੂਰਪ ਮਹਾਦੀਪ ਤੇ। ਅਫਰੀਕਾ ਮਹਾਦੀਪ ਬਾਰੇ ਥੋੜੇ ਜਿਹੇ ਪੁਆਇੰਟ ਹੋਰ ਲਿਖ ਲਓ, ਇੰਪੋਰਟੈਂਟ ਆ। ਅਫਰੀਕਾ ਮਹਾਦੀਪ ਨੂੰ ਨਾ ਮਤਲਬ ਇਹਨੂੰ ਗਰੀਬ ਮਾਰੂਥਲ ਵੀ ਕਿਹਾ ਜਾਂਦਾ। ਪਤਾ ਕਾਰਨ ਕੀ ਆ? ਕਿਉਂਕਿ ਇੱਥੇ ਨਾ ਐਗਰੀਕਲਚਰ ਸਿਸਟਮ ਜਿਹੜਾ ਵਾ ਉਹ ਬਹੁਤ ਜ਼ਿਆਦਾ ਘੱਟ ਆ। ਮਤਲਬ ਐਗਰੀਕਲਚਰ ਦੇ ਪੱਖ ਤੋਂ ਇੱਥੇ ਫਸਲਾਂ ਕੁਝ ਜ਼ਿਆਦਾ ਵਧੀਆ ਨਹੀਂ ਹੁੰਦੀਆਂ। ਇਸੇ ਹੀ ਕਰਕੇ ਅਫਰੀਕਾ ਮਹਾਦੀਪ ਨੂੰ ਗਰੀਬ ਮਾਰੂਥਲ ਕਿਹਾ ਜਾਂਦਾ ਵਾ। ਇਹਦਾ ਜੇਕਰ ਤੁਹਾਨੂੰ ਅਫਰੀਕਾ ਮਹਾਦੀਪ ਦਾ ਸਭ ਤੋਂ ਗਰਮ ਦੇਸ਼ ਪੁੱਛਿਆ ਜਾਵੇ, ਅਲਜੀਰੀਆ। ਅਲਜੀਰੀਆ ਅਫਰੀਕਾ ਮਹਾਦੀਪ ਦਾ ਸਭ ਤੋਂ ਗਰਮ ਦੇਸ਼ ਆ। ਨੀਲ ਨਦੀ ਦੀ ਲੰਬਾਈ ਲਿਖਣੀ ਰਹਿ ਗਈ ਸੀ, ਇੰਪੋਰਟੈਂਟ ਆ ਕਿਉਂਕਿ ਵਿਸ਼ਵ ਦੀ ਸਭ ਤੋਂ ਲੰਮੀ ਨਦੀ ਆ। ਇਹਦੀ ਲੰਬਾਈ ਤਾਂ ਜ਼ਰੂਰ ਪਤਾ ਹੋਣੀ ਚਾਹੀਦੀ ਆ, 6650 ਜਿਹੜੀ ਆ ਇਹਦੀ ਲੰਬਾਈ, 1 ਕਿਲੋਮੀਟਰ ਇਹਦੀ ਲੰਬਾਈ ਆ। ਮਿਸਰ ਦੇ ਵਿੱਚ ਇਹ ਫਲੋ ਕਰਦੀ ਆ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਅਫਰੀਕਾ ਦੀ ਪ੍ਰਮੁੱਖ ਫਸਲ ਪੁੱਛੀ ਜਾਵੇ ਤਾਂ ਮੱਕੀ ਜਿਹੜੀ ਆ ਅਫਰੀਕਾ ਮਹਾਦੀਪ ਦੀ ਪ੍ਰਮੁੱਖ ਫਸਲ ਆ। ਅਫਰੀਕਾ ਦਾ ਵੱਡਾ ਦੇਸ਼ ਪੁੱਛਿਆ ਜਾਵੇ, ਨਾਈਜੀਰੀਆ ਜਿਹੜਾ ਵਾ ਅਫਰੀਕਾ ਮਹਾਦੀਪ ਦਾ ਸਭ ਤੋਂ ਵੱਡਾ ਦੇਸ਼ ਆ। ਕਿਲੀਮੰਜਾਰੋ ਦੀ ਹਾਈਟ, ਉੱਚੀ ਚੋਟੀ ਜਿਹੜੀ ਆ, ਸਾਡੀ ਜਿਹੜੀ ਆਪਣੀ ਮਾਊਂਟ ਐਵਰੈਸਟ ਸੀ ਇਹਦੀ ਕਿੰਨੀ ਸੀਗੀ? 8848 ਲਿਖ ਲਓ, ਉੱਥੇ ਲਿਖਣ ਵਾਲਾ ਮੈਨੂੰ ਪਤਾ ਰਹਿ ਗਿਆ ਸੀ। ਕਿਲੀਮੰਜਾਰੋ ਦੀ ਕਿੰਨੀ ਆ? 5895। ਠੀਕ ਆ। ਉਸ ਤੋਂ ਬਾਅਦ ਜਿਹੜੇ ਐਂਟਲਸ ਪਰਬਤ ਆ, ਐਂਟਲਸ ਪਰਬਤਾਂ ਦਾ ਓਰੀਜਨ ਤਾਂ ਅਫਰੀਕਾ ਮਹਾਦੀਪ ਦੇ ਵਿੱਚ ਹੀ ਹੋਇਆ, ਪਰ ਐਂਟਲਸ ਪਰਬਤ ਇਹਨਾਂ ਦਾ ਓਰੀਜਨ ਅਫਰੀਕਾ ਮਹਾਦੀਪ ਤੋਂ ਹੋ ਕੇ ਇਹਨਾਂ ਪਰਬਤਾਂ ਦਾ ਕੁਝ ਪਾਰਟ ਕਿੱਥੇ ਚਲਾ ਜਾਂਦਾ ਵਾ? ਯੂਰਪ ਦੇ ਵਿੱਚ ਚਲਾ ਜਾਂਦਾ ਵਾ। ਮਤਲਬ ਐਂਟਲਸ ਪਰਬਤਾਂ ਦਾ ਓਰੀਜਨ ਅਫਰੀਕਾ ਤੋਂ ਸ਼ੁਰੂ ਹੋ ਕੇ ਯੂਰਪ ਵਿੱਚ ਚਲਾ ਜਾਂਦਾ ਵਾ। ਤੇ ਇੱਕ ਝੀਲਾਂ ਦਾ ਦੇਸ਼ ਆ ਯੁਗਾਂਡਾ। ਮਤਲਬ ਇਹ ਅਫਰੀਕਾ ਮਹਾਦੀਪ ਦਾ ਝੀਲਾਂ ਦਾ ਦੇਸ਼ ਆ ਯੁਗਾਂਡਾ। ਇਹ ਜਿਹੜੇ ਪੁਆਇੰਟ ਨੇ ਇਹਨੂੰ ਧਿਆਨ ਦੇ ਵਿੱਚ ਰੱਖਿਓ। ਹੁਣ ਆਪਾਂ ਜਾਣੇ ਆ ਯੂਰਪ ਤੇ। ਹੁਣ ਆਪਾਂ ਕੁਝ ਵੀ ਨਹੀਂ ਛੱਡਿਆ ਹੈਗਾ ਅਫਰੀਕਾ ਮਹਾਦੀਪ ਦਾ। ਯੂਰਪ ਮਹਾਦੀਪ ਜਿਹੜਾ ਵਾ ਏਸ਼ੀਆ ਤੋਂ ਛੋਟਾ ਮਹਾਦੀਪ ਆ। ਏਸ਼ੀਆ ਮਹਾਦੀਪ ਦੇ ਪੱਛਮੀ ਹਿੱਸੇ ਦੇ ਵਿੱਚ ਆ। ਉਹ ਕਿੱਦਾਂ? ਲੋਕੇਸ਼ਨ ਯਾਦ ਰੱਖੋ। ਆ ਸਾਡਾ ਕੀ ਸੀਗਾ? ਸਾਡਾ ਏਸ਼ੀਆ ਮਹਾਦੀਪ ਤੇ ਇੱਥੇ ਇੱਕ ਮੈਂ ਤੁਹਾਨੂੰ ਕਰਵਾਇਆ ਸੀ ਯੂਰਪ ਮਹਾਦੀਪ। ਆ ਸਾਡਾ ਪੂਰਬ ਵਾਲਾ ਹਿੱਸਾ, ਆ ਸਾਡਾ ਪੱਛਮ ਵਾਲਾ ਹੋ ਗਿਆ। ਯਾਨੀ ਕਿ ਏਸ਼ੀਆ ਮਹਾਦੀਪ ਦੇ ਪੱਛਮ ਵਾਲੇ ਹਿੱਸੇ 'ਚ ਕਿਹੜਾ ਵਾ? ਯੂਰਪ ਆ। 3 ਪਾਸਿਆਂ ਤੋਂ ਇਹ ਪਾਣੀ ਦੇ ਨਾਲ ਘਿਰਿਆ ਵਾ। ਠੀਕ ਆ। ਆਰਕਟਿਕ ਰੇਖਾ ਯੂਰਪ ਮਹਾਦੀਪ ਦੇ ਵਿੱਚੋਂ ਹੋ ਕੇ ਗੁਜ਼ਰਦੀ ਆ। ਆ ਸਾਡਾ ਯੂਰਪ ਆ ਤੇ ਇੱਥੇ ਇੱਕ ਸਾਡੀ ਕੀ ਆ? ਆਰਕਟਿਕ ਰੇਖਾ ਵਾ ਜਿਹੜੀ ਵੀ ਯੂਰਪ ਮਹਾਦੀਪ ਦੇ ਵਿੱਚੋਂ ਗੁਜ਼ਰਦੀ ਆ। 6ਵਾਂ ਖੇਤਰਫਲ ਦੇ ਪੱਖ ਤੋਂ 6ਵੇਂ ਨੰਬਰ ਤੇ ਆਉਂਦਾ ਵਾ। ਕੁੱਲ ਜਨਸੰਖਿਆ ਇੱਥੇ ਕਿੰਨੀ ਪਾਈ ਜਾਂਦੀ ਆ? ਪੂਰੇ ਵਿਸ਼ਵ ਦੀ 10.24% ਹਿੱਸਾ ਜਿਹੜਾ ਵਾ ਇੱਥੇ ਪਾਇਆ ਜਾਂਦਾ ਵਾ ਜਨਸੰਖਿਆ ਦਾ, ਪੂਰੇ ਵਿਸ਼ਵ ਦਾ। ਇਹਦੀ ਲੰਬੀ ਮਸ਼ਹੂਰ ਨਦੀ ਵੋਲਗਾ ਨਦੀ ਆ, ਜਿਹੜੀ ਕਿ ਯੂਰਪ ਦੀ ਪਵਿੱਤਰ ਨਦੀ ਵੀ ਮੰਨੀ ਜਾਂਦੀ ਆ। ਜੇਕਰ ਇੱਥੇ ਅਫਰੀਕਾ ਮਹਾਦੀਪ ਦੇ ਵਿੱਚ ਕਿਹੜੇ ਪਰਬਤ ਸੀਗੇ? ਐਂਟਲਸ ਪਰਬਤ ਸੀ। ਐਲਪਸ ਤੇ ਯੂਰਾਲ ਪਰਬਤ ਕਿਹਦੇ ਨੇ? ਯੂਰਪ ਦੇ ਨੇ। ਠੀਕ ਆ। ਐਂਟਲਸ ਪਰਬਤਾਂ ਦਾ ਜਿਨ੍ਹਾਂ ਦਾ ਓਰੀਜਨ ਅਫਰੀਕਾ ਮਹਾਦੀਪ ਦੇ ਵਿੱਚ ਹੁੰਦਾ ਵਾ, ਕੁਝ ਕੁ ਹਿੱਸਾ ਇਹਦਾ ਯੂਰਪ ਦੇ ਵਿੱਚ ਆਉਂਦਾ, ਪਰ ਜਿਹੜੇ ਯੂਰਪ ਦੇ ਵਿੱਚ ਜਿਨ੍ਹਾਂ ਪਰਬਤਾਂ ਦਾ ਓਰੀਜਨ ਹੋਇਆ ਉਹ ਐਲਪਸ ਤੇ ਯੂਰਾਲ ਪਰਬਤ ਨੇ। ਕਹਿੰਦੇ ਯੂਰਪ ਭਾਵੇਂ ਛੋਟਾ ਮਹਾਦੀਪ ਆ। ਹੁਣ ਰੂਸ ਖੇਤਰਫਲ ਦੇ ਪੱਖ ਤੋਂ ਦੁਨੀਆ ਦਾ ਵੱਡਾ ਦੇਸ਼ ਆ ਰੂਸ।
ਇਹ ਕਿੱਥੇ ਕਿਹੜੇ ਮਹਾਦੀਪ ਦਾ ਵੱਡਾ ਦੇਸ਼ ਆ? ਯੂਰਪ ਮਹਾਦੀਪ ਦਾ ਵੱਡਾ ਦੇਸ਼ ਆ। ਭਾਵੇਂ ਕਿ ਯੂਰਪ ਅਫਰੀਕਾ ਤੇ ਏਸ਼ੀਆ ਨਾਲੋਂ ਬਹੁਤ ਛੋਟਾ ਵਾ, ਪਰ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਰੂਸ ਇਸੇ ਮਹਾਦੀਪ ਦਾ ਹੀ ਦੇਸ਼ ਆ। ਤੇ ਸਭ ਤੋਂ ਛੋਟਾ ਦੇਸ਼ ਵੈਟੀਕਨ ਸਿਟੀ ਜਿਹੜਾ ਵਾ ਇਹਦਾ ਯੂਰਪ ਦਾ ਹੀ ਸਭ ਤੋਂ ਛੋਟਾ ਦੇਸ਼ ਆ। ਬਸ ਇਹ ਪੁਆਇੰਟ ਜਿਹੜੇ ਤੁਸੀਂ ਯੂਰਪ ਦੇ ਬਾਰੇ ਧਿਆਨ ਦੇ ਵਿੱਚ ਰੱਖਣੇ ਆ, ਠੀਕ ਆ। ਮੈਂ ਦੇਖਾਂ ਇੱਕ ਵਾਰੀ ਕਿ ਯੂਰਪ ਦੇ ਬਾਰੇ ਆਪਣਾ ਕੁਝ ਰਹਿ ਤਾਂ ਨਹੀਂ ਗਿਆ। ਹਾਂ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਇੱਕ ਕਹਿ ਲੋ ਦੀਪ ਆ ਜਿਹਨੂੰ ਅਸੀਂ ਗ੍ਰੀਨਲੈਂਡ ਵੀ ਕਹਿੰਦੇ, ਗ੍ਰੀਨਲੈਂਡ ਸਾਡੇ ਗਾਣਿਆਂ ਦੇ ਵਿੱਚ ਵੀ ਆਉਂਦਾ, ਉਹ ਕਿੱਥੇ ਆ? ਯੂਰਪ ਦੇ ਵਿੱਚ ਆ, ਹਨਾ। ਗ੍ਰੀਨਲੈਂਡ ਜਿਹੜਾ ਵਾ ਕਿੱਥੇ ਆ? ਯੂਰਪ ਦੇ ਵਿੱਚ। ਇਟਲੀ ਨੂੰ ਆਪਾਂ ਅੰਗੂਰਾ, ਹਨਾ, ਇਟਲੀ ਦੇ ਵਿੱਚ ਆਪਣੇ ਕਿੰਨੇ ਮੁੰਡੇ ਭੈਣ ਭਰਾ ਆਪਣੇ ਗਏ ਹੋਏ ਆ ਇਟਲੀ ਦੇ ਵਿੱਚ, ਹਨਾ। ਤੇ ਇਟਲੀ ਜਿਹੜਾ ਵਾ ਇਹ ਯੂਰਪ ਮਹਾਦੀਪ ਦਾ ਹੀ ਦੇਸ਼ ਆ। ਅੰਗੂਰਾਂ ਦਾ ਉਤਪਾਦਨ ਇੱਥੇ ਸਭ ਤੋਂ ਜ਼ਿਆਦਾ ਹੁੰਦਾ। ਖੁਦ ਮੇਰਾ ਕਜ਼ਨ ਬ੍ਰਦਰ ਵੀ ਗਿਆ ਹੋਇਆ, ਉਹ ਉੱਥੇ ਕੀ ਆ, ਅੰਗੂਰ ਹੀ ਤੋੜਦਾ ਵਾ। ਇਸ ਚੀਜ਼ ਤੋਂ ਧਿਆਨ ਦੇ ਵਿੱਚ ਰੱਖਿਓ। ਅੰਗੂਰਾਂ ਦੇ ਮਾਮਲੇ 'ਚ ਯੂਰਪ ਦਾ ਇਟਲੀ ਦੇਸ਼ ਸਭ ਤੋਂ ਫੇਮਸ ਆ। ਇਸ ਚੀਜ਼ ਨੂੰ ਜਿਹੜਾ ਵਾ ਧਿਆਨ ਦੇ ਵਿੱਚ ਰੱਖਿਓ। ਇਟਲੀ ਨੂੰ ਯੂਰਪ ਦਾ ਭਾਰਤ ਕਿਹਾ ਜਾਂਦਾ। ਇਟਲੀ ਚਲ ਜਾਓ ਤੇ ਉੱਥੇ ਜਾ ਕੇ ਖੇਤਾਂ ਦਾ ਕੰਮ ਕਰੋ, ਐਂ ਲੱਗਦਾ ਵੀ ਭਾਰਤੀ ਆ, ਕਿਉਂਕਿ ਇਟਲੀ ਮਤਲਬ ਇਟਲੀ ਦੇ ਵਿੱਚ ਆਪਣੇ ਭਾਰਤ ਵਾਂਗੂ ਬਹੁਤ ਜ਼ਿਆਦਾ ਖੇਤੀਬਾੜੀ ਹੁੰਦੀ ਆ। ਇਸ ਕਰਕੇ ਮਤਲਬ ਯੂਰਪ ਦੀ ਜਿਹੜੀ ਇਟਲੀ ਕੰਟਰੀ ਆ ਇਹਨੂੰ ਯੂਰਪ ਦਾ ਭਾਰਤ ਕਿਹਾ ਜਾਂਦਾ ਵਾ। ਇਹਨੂੰ ਕੀ ਕਿਹਾ ਜਾਂਦਾ ਵਾ? ਯੂਰਪ ਦਾ ਭਾਰਤ ਕਿਹਾ ਜਾਂਦਾ ਵਾ। ਕਿਹਨੂੰ? ਇਟਲੀ ਨੂੰ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਆ। ਬਹੁਤ ਸੌਖੇ ਜਿਹੇ ਪੁਆਇੰਟ ਆ, ਠੀਕ ਆ। ਉਸ ਤੋਂ ਬਾਅਦ ਨਾਰਵੇ ਜਿਹੜੀ ਆ, ਮੱਧ ਰਾਤ ਦਾ ਸੂਰਜ। ਨਾਰਵੇ ਜਿਹੜੀ ਨਾਰਵੇ ਕੰਟਰੀ ਆ, ਜਿੱਥੇ ਮੈਂ ਤੁਹਾਨੂੰ ਕਿਹਾ ਸੀ 6 ਮਹੀਨੇ ਦਿਨ ਤੇ 6 ਮਹੀਨੇ ਰਾਤ, ਉਹ ਯੂਰਪ ਦੀ ਕੰਟਰੀ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਆ। ਸਭ ਤੋਂ ਸੋਹਣੇ ਸੋਹਣੇ ਦੇਸ਼ ਇੱਥੇ ਪਾਏ ਜਾਂਦੇ, ਜਿਹੜਾ ਸਵਿਟਜ਼ਰਲੈਂਡ, ਕਈਆਂ ਕੁੜੀਆਂ ਦਾ ਬੜਾ ਸੁਪਨਾ ਹੁੰਦਾ ਸਵਿਟਜ਼ਰਲੈਂਡ, ਹਨਾ। ਖੇਡਾਂ ਦਾ ਮੈਦਾਨ ਕਿਹਾ ਜਾਂਦਾ, ਯੂਰਪ ਦਾ ਖੇਡਾਂ ਦਾ ਮੈਦਾਨ। ਜੇਕਰ ਤੁਹਾਨੂੰ ਪੁੱਛਿਆ ਜਾਵੇ, ਇੱਥੇ ਲਿਖ ਦਿੰਨੀ ਆ ਯੂਰਪ ਦਾ, ਠੀਕ ਹੈ। ਯੂਰਪ ਦਾ ਖੇਡਾਂ ਦਾ ਮੈਦਾਨ ਪੁੱਛਿਆ ਜਾਵੇ, ਯੂਰਪ ਦਾ ਖੇਡਾਂ ਦਾ ਮੈਦਾਨ ਕਿਹੜੀ ਕੰਟਰੀ ਆ? ਸਵਿਟਜ਼ਰਲੈਂਡ। ਕਿਹੜੀ? ਸਵਿਟਜ਼ਰਲੈਂਡ। ਕਿਹੜੀ? ਯੂਰਪ ਦੇ ਖੇਡਾਂ ਦਾ ਮੈਦਾਨ ਆ ਸਵਿਟਜ਼ਰਲੈਂਡ। ਇਹ ਪੁਆਇੰਟ ਜਿਹੜੇ ਨੇ ਫਟਾਫਟ ਤੁਸੀਂ ਜਿਹੜੇ ਨੇ ਨੋਟ ਕਰਦੇ ਜਾਣੇ ਨੇ, ਠੀਕ ਆ। ਉਸ ਤੋਂ ਬਾਅਦ ਵੋਲਗਾ ਲੰਬੀ ਨਦੀ, ਇਹ ਮੈਂ ਤੁਹਾਨੂੰ ਕਰਵਾਤਾ, ਠੀਕ ਆ। ਹਾਂ, ਇਹਦਾ ਝੀਲਾਂ ਦਾ ਦੇਸ਼ ਕਿਹੜਾ ਸੀਗਾ? ਫਿਨਲੈਂਡ। ਫਿਨਲੈਂਡ ਜਿਹੜਾ ਸੀਗਾ ਇਹਦਾ ਝੀਲਾਂ ਦਾ ਦੇਸ਼ ਆ। ਹੁਣ ਯਾਦ ਕਰੋ, ਝੀਲਾਂ ਦਾ, ਅਫਰੀਕਾ ਦਾ ਝੀਲਾਂ ਦਾ ਦੇਸ਼ ਕਿਹੜਾ ਸੀਗਾ? ਯੂਗਾਂਡਾ। ਬਸ ਏਦਾਂ ਕੰਪੈਰੀਜ਼ਨ ਕਰਕੇ ਜਦੋਂ ਚੀਜ਼ਾਂ ਪੜ੍ਹਨ ਲੱਗੇ ਫਿਰ ਆਉਣਗੀਆਂ। ਯੂਗਾਂਡਾ ਝੀਲਾਂ ਦਾ ਦੇਸ਼ ਪੁੱਛਿਆ ਜਾਵੇ, ਇਹ ਅਫਰੀਕਾ ਮਹਾਦੀਪ ਦਾ ਵਾ ਝੀਲਾਂ ਦਾ ਦੇਸ਼। ਪਰ ਯੂਰਪ ਦਾ ਝੀਲਾਂ ਦਾ ਦੇਸ਼ ਕਿਹੜਾ ਵਾ? ਫਿਨਲੈਂਡ ਆ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਆ। ਹਾਂ, ਇੱਥੇ ਕੋਈ ਵੀ ਮਾਰੂਥਲ ਨਹੀਂ ਪਾਇਆ ਜਾਂਦਾ। ਯੂਰਪ ਇੱਕ ਏਦਾਂ ਦਾ ਮਹਾਦੀਪ ਆ, ਇੱਥੇ ਕੋਈ ਵੀ ਮਹਾਦੀਪ ਨਹੀਂ ਪਾਇਆ ਜਾਂਦਾ। ਜੇਕਰ ਇਹਦੀ ਫੈਸ਼ਨ ਸਿਟੀ ਪੁੱਛੀ ਜਾਵੇ, ਪੈਰਿਸ। ਪੈਰਿਸ ਦੇ ਪਰਫਿਊਮ ਬੜਾ ਕੁੜੀਆਂ ਵਰਤਦੀਆਂ ਨਾ, ਪਰਫਿਊਮ ਪੈਰਿਸ ਦੇ ਪਾ ਕੇ ਕੁੜੀਆਂ ਬਹੁਤ ਖੁਸ਼ ਰਹਿੰਦੀਆਂ, ਹਨਾ। ਤੇ ਇਹ ਜਿਹੜਾ ਜਿੰਨੇ ਵੀ ਆ ਆਪਣੇ ਬਣਦੇ ਆ, ਆਹ ਕੀ ਕਹਿੰਦੇ ਹੁੰਦੇ ਆ, ਬ੍ਰਾਂਡ ਬਰੂੰਡ ਜਿਆਦੇ, ਇਹ ਪੈਰਿਸ ਤੋਂ ਹੀ ਬਣੇ ਸਭ ਤੋਂ ਪਹਿਲਾਂ, ਹਨਾ। ਤੇ ਪੈਰਿਸ ਨੂੰ ਫੈਸ਼ਨ ਦੀ ਧਰਤੀ ਕਿਹਾ ਜਾਂਦਾ। ਇਹ ਪੈਰਿਸ ਕਿਹੜੇ ਕੰਟੀਨੈਂਟ ਦਾ ਹਿੱਸਾ? ਯੂਰਪ ਕੰਟੀਨੈਂਟ ਦਾ, ਠੀਕ ਆ। ਸੋ ਇੱਕ ਵਾਰੀ ਮੈਂ ਤੁਹਾਨੂੰ ਸਮਝਾ ਦਾਂ ਕਿ ਆਪਾਂ ਅੱਜ ਕੀ ਕੀਤਾ। ਆਪਾਂ ਜਿਹੜਾ ਅੱਜ ਕੀਤਾ ਵਾ, ਏਸ਼ੀਆ, ਅਫਰੀਕਾ ਤੇ ਯੂਰਪ, ਇਹਨਾਂ ਤਿੰਨਾਂ ਬਾਰੇ ਕਰ ਲਿਆ। ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਇਕੱਠਾ ਕਰਾਉਂਗੀ ਕੰਪੈਰੀਜ਼ਨ ਕਰਕੇ। ਪਤਾ ਕਿਉਂ? ਕਿਉਂਕਿ ਇੱਕ ਸਾਈਡ ਆਪਾਂ ਲਿਖ ਲਾਂਗੇ ਉੱਤਰੀ ਅਮਰੀਕਾ, ਇੱਕ ਸਾਈਡ ਆਪਾਂ ਲਿਖ ਲਾਂਗੇ ਦੱਖਣੀ ਅਮਰੀਕਾ। ਕੰਪੈਰੀਜ਼ਨ ਕਰਕੇ ਕਰਾਂਗੇ ਤਾਂ ਕਿ ਕੋਈ ਵੀ ਭੁਲੇਖਾ ਨਾ ਪਵੇ। ਜਦੋਂ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਹੋ ਗਿਆ, ਉਸ ਤੋਂ ਬਾਅਦ ਆਪਣਾ ਰਹਿ ਜਾਣਾ ਵਾ ਆਸਟ੍ਰੇਲੀਆ ਤੇ ਅੰਟਾਰਕਟਿਕਾ। ਇਹਨਾਂ ਦੋਵਾਂ ਨੂੰ ਆਪਾਂ ਇਕੱਠਾ ਕਰ ਲਾਂਗੇ ਇਸ ਤਰੀਕੇ ਦੇ ਨਾਲ, ਠੀਕ ਆ। ਸੋ ਬਹੁਤ ਜ਼ਿਆਦਾ એનર્ਜੀ ਲੱਗਦੀ ਆ, ਠੀਕ ਆ। ਕੰਟੈਂਟ ਵੀ ਤਿਆਰ ਕਰਦੀ ਆ, ਪੂਰਾ ਰੈਲੇਵੈਂਟ ਕੰਟੈਂਟ ਹੁੰਦਾ। ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਕਮੈਂਟ ਕਰਕੇ ਦੱਸਿਓ ਕਲਾਸ ਤੁਹਾਨੂੰ ਕਿਵੇਂ ਦੀ ਲੱਗੀ, ਕਿਉਂਕਿ ਆਪਣਾ NCERT ਦਾ 6ਵਾਂ ਚੈਪਟਰ ਚੱਲਦਾ ਪਿਆ ਵਾ,
ਠੀਕ ਆ। 6ਵਾਂ ਚੈਪਟਰ ਜਿਹੜਾ ਆਪਣਾ ਇਹ ਚੱਲਦਾ ਪਿਆ ਵਾ ਤੇ ਇਹਦੇ ਵਿੱਚ ਜਿਹੜੇ ਨੇ ਇਹ ਸਾਰਾ ਕੰਟੈਂਟ ਇਸੇ ਹੀ ਚੈਪਟਰ ਦਾ ਵਾ। ਠੀਕ ਆ। ਬੁੱਕ ਦੇ ਵਿੱਚ ਕੰਟੈਂਟ ਬਹੁਤ ਘੱਟ ਆ ਪਰ ਮੈਂ ਤੁਹਾਨੂੰ ਜ਼ਿਆਦਾ ਕਰਵਾ ਰਹੀ ਆ, ਇਸ ਕਰਕੇ ਵੀਡੀਓ ਨੂੰ ਲਾਈਕ ਕਰ ਦੇਣਾ। ਆਪਾਂ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਕਰਾਂਗੇ ਉੱਤਰੀ ਤੇ ਦੱਖਣੀ ਅਮਰੀਕਾ ਮਹਾਂਦੀਪ ਇਕੱਠਾ ਹੀ ਕੰਪੈਰੀਜ਼ਨ ਕਰਕੇ। ਸੋ ਵੀਡੀਓ ਨੂੰ ਕਰ ਦੇਣਾ ਲਾਈਕ, ਸਾਰਿਆਂ ਤੱਕ ਸ਼ੇਅਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।